हेलो, हाँ जी, मेरी आवाज आ रही है जी? Yes, ma'am. Good evening, everybody present here. Today we are on the second day of workshop. Hope everybody gained a lot in the very first day. Yesterday we noted Python is very user-friendly programming language and is very light software. We learned basics of Python and also we made clear that string handling is very easy in the Python. Our resource person, Dr. Satyantar Singh, and our principal ma'am, who are supporting and motivating the student, have already joined us. So, not taking too much time, I request principal ma'am to share her views regarding yesterday's workshop. Thank you, ma'am, Inderpreet. Actually, it's not me, the right kind of person who can share the views on the yesterday's outcome. Rather, first of all, I would like to welcome everybody present over here, all the participants, especially because they are actually the component who are making this event happen. But above that, I would like to welcome our main resource person, Dr. Satyantar Singh ji. Dr. Sahab, I want to ask you about your feedback. How has been your interaction with my students? Inderpreet ma'am, I can't see Dr. Sahab. हाँ जी, सत श्री अकाल मैडम जी। सत श्री अकाल जी, सत श्री अकाल जी। How are you, sir? बस ਵਧੀਆ ਜੀ, ਸਭ ਠੀਕ ਠਾਕ। ਮੈਂ ਤੁਹਾਡੇ ਗੱਲ ਦਾ ਹੀ ਜਵਾਬ ਦੇਣਾ ਚਾਹੁੰਦਾ ਸੀ। ਜੀ ਜੀ ਸਰ। ਕਿ ਜਿੰਨੇ ਪਾਰਟਿਸਿਪੈਂਟ ਹੈ, ਮੈਂ ਆਪਣੇ ਆਪ ਨੂੰ ਇਹਨਾਂ ਦੇ ਵਿੱਚ ਬੈਠਿਆ ਵੇਖ ਕੇ ਬੋਲਣ ਦੀ ਕੋਸ਼ਿਸ਼ ਕਰਦਾ। ਜੀ ਜੀ ਜੀ। ਤੇ ਮੈਨੂੰ ਵੀ ਨਹੀਂ ਕੁਝ ਆਉਂਦਾ ਤੇ ਮੈਨੂੰ ਆਊਗਾ ਕਿਵੇਂ ਜੇ ਮੈਨੂੰ ਸਮਝ ਆਊਗੀ ਜੇ ਮੈਂ ਸਾਹਮਣੇ ਬੈਠਾ। ਇੱਕ ਸ਼ੀਸ਼ਾ ਬਣਾ ਕੇ ਮੈਂ ਬੈਠਾ ਉੱਥੇ। ਫਿਰ ਵੀ ਜਿਹੜਾ ਲਾਈਵ ਸੈਸ਼ਨ ਹੁੰਦਾ ਹੈ ਡਿਜੀਟਲੀ, ਇਹਦੇ ਵਿੱਚ ਥੋੜੀ ਜਿਹੀ ਕਮੀ ਰਹਿ ਜਾਂਦੀ ਹੈ ਕਿ ਮੇਰੀ ਕਿਸੇ ਬੱਚੇ ਨਾਲ ਸਿੱਧੀ ਆਈ ਟੂ ਆਈ ਕੰਟੈਕਟ ਬਣ ਨਹੀਂ ਸਕਦਾ। ਹਾਂ, ਬੱਚੇ ਸਿਰ ਹਿਲਾਉਂਦੇ ਆ, ਮੈਨੂੰ ਥੋੜਾ ਪਤਾ ਲੱਗਦਾ ਵੀ ਹਾਂ ਦੇ ਐਗਰੀਇੰਗ ਟੂ ਯੂ। ਓਬੀਡੀਐਂਟ ਬੱਚੇ ਤੁਹਾਡੇ ਸਾਰੀਆਂ ਗੱਲਾਂ ਉਹ ਮੰਨਦੇ ਆ, ਥੋੜੀ ਰਿਸਪੈਕਟ ਕਰਦੇ ਆ। ਮੇਰੀ ਪ੍ਰੋਗਰਾਮਿੰਗ ਸਿਖਾਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਮੈਨੂੰ ਪਾਈਥਨ ਵਾਲਿਆਂ ਨੇ ਕੋਈ ਫੀਸ ਦਿੱਤੀ ਹੈ ਸਾਡੀ ਪਾਈਥਨ ਪ੍ਰਮੋਟ ਕਰੋ। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਹੋਆ ਸਾਡੇ ਦਿਮਾਗ ਵਿੱਚ ਪਾਈਥਨ ਦੇ ਬਾਰੇ ਚ ਹੈਗਾ ਉਹ ਖਤਮ ਹੋ ਜਾਏ। ਜੀ ਜੀ। ਅੱਜ ਦੀ ਡੇਟ ਵਿੱਚ ਜਿੰਨੇ ਬੰਦੇ, ਜਿੰਨੇ ਸੌਫਟਵੇਅਰ ਪ੍ਰੋਫੈਸ਼ਨਲਸ ਕੰਮ ਕਰੀ ਜਾਂਦੇ, ਸਭ ਨੂੰ ਨਵੀਂ ਲੈਂਗੁਏਜ ਸਿੱਖਣ ਦੀ ਲੋੜ ਪੈ ਰਹੀ ਹੈ। ਮੈਂ ਸੁਣਿਆ ਸੀ ਇੱਥੇ ਇੱਕ ਕੰਚਨ ਨਾਮ ਦੀ ਮੈਡਮ ਹੈ, ਉਹ ਜੌਬ ਕਰਦੇ ਪਏ ਕਿਤੇ, ਉਹ ਵੀ ਕੱਲ ਸਾਡੇ ਸੈਸ਼ਨ ਵਿੱਚ ਸੀਗੇ। ਜੀ ਜੀ। ਉਹ ਪਾਈਥਨ ਤੇ ਕੰਮ ਵੀ ਕਰਦੇ ਪਏ ਆ। ਤੇਰੇ ਸਾਹਮਣੇ ਜਿਹੜੇ ਬੱਚੇ ਆ ਉਹਨਾਂ ਨੂੰ ਮੈਂ ਊੜਾ ਐੜੇ ਤੋਂ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਅੱਜ ਊੜਾ ਐੜਾ ਜੇ ਛੱਡ ਦੇਣਗੇ ਤਾਂ ਦੁਬਾਰਾ ਫਿਰ 3 ਮਹੀਨੇ ਬਾਅਦ ਊੜਾ ਐੜਾ ਹੀ ਸਿਖਾਉਣਾ ਪੈਣਾ। ਤੇ ਕਿਉਂ ਨਾ ਇਹ ਨਾਲ ਇਹਦੇ ਚ ਕੁਛ ਨਾ ਕੁਛ ਕਰਦੇ ਰਹਿਣ। ਮੈਂ ਆਪਣੇ ਨੰਬਰ ਇਸੇ ਵਾਸਤੇ ਦਿੱਤੇ ਹੈ ਕਿ ਤੁਸੀਂ ਚੈਲੰਜ, ਚੁਣੌਤੀ ਭਰੇ ਕੰਮ ਮੇਰੇ ਤੋਂ ਲੈ ਲਓ ਤੇ ਕਰੋ। ਉਹ ਮੈਂ ਕਿਤੇ ਵੇਚਣੇ ਨਹੀਂ ਹੈ। ਮੈਨੂੰ ਚੰਗਾ ਲੱਗਦਾ ਜਦੋਂ ਤੁਸੀਂ ਆਪ ਉਸ ਪ੍ਰੋਬਲਮ ਦਾ ਇੱਕ ਮਾਡਲ ਤਿਆਰ ਕਰੋਗੇ। ਮੈਂ ਜ਼ਿਆਦਾ ਬੋਲ ਗਿਆ ਮੈਡਮ, ਤੁਹਾਡਾ ਰੋਲ ਜ਼ਿਆਦਾ ਸੀ, ਤੁਸੀਂ ਬੋਲ ਦਿਓ। ਦੇਖੋ ਐਕਚੁਅਲੀ ਡਾਕਟਰ ਸਾਹਿਬ, ਆਈ ਐਮ ਅ ਨਾਨ ਕੰਪਿਊਟਰ ਪਰਸਨ। ਤੁਸੀਂ ਜਿੰਨਾ ਵੀ ਬੋਲੋਗੇ, ਐਟਲੀਸਟ ਬੀਇੰਗ ਦ ਹੈਡ ਆਫ ਦ ਇੰਸਟੀਟਿਊਸ਼ਨ, ਆਈ ਮਸਟ ਆਲਸੋ ਟਰਾਈ ਟੂ ਗੈਟ ਸਮਥਿੰਗ ਆਊਟ ਆਫ ਇਟ। ਸੋ ਮੈਨੂੰ ਬਹੁਤ ਅੱਛਾ ਲੱਗਿਆ ਹੈ। ਤੇ ਡਾਕਟਰ, ਐਜ਼ ਅ ਲੇਮਨ देयर इज वन क्वेरी ਜਿੰਨਾ, ਬਿਕੋਜ਼ ਵੀ ਨੋ ਕਿ ਐਜ਼ ਅ ਟੀਚਰ ਆਈ ਐਮ ਆਲਸੋ ਟੀਚਰ, ਕਿ ਆਈ ਕੰਟੈਕਟ ਬਹੁਤ ਇੰਪੋਰਟੈਂਟ ਹੁੰਦਾ ਹੈ। ਜਿਵੇਂ ਤੁਸੀਂ ਕਿਹਾ ਕਿ ਜਦ ਤੱਕ ਆਈ ਕੰਟੈਕਟ ਨਹੀਂ ਹੁੰਦਾ, we can never get to know। and ਅਗਰ ਆਈ ਕੰਟੈਕਟ ਹੋ ਜਾਂਦਾ ਹੈ, ਇਮੀਡੀਏਟਲੀ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਸਾਡੇ ਸਟੂਡੈਂਟਸ ਨੇ ਕਿੰਨਾ ਕੁ ਇਨਵਾਈਟ ਕੀਤਾ ਹੈ। ਹੁਣ ਜਦੋਂ ਆਪਾਂ ਨੂੰ ਲੱਗ ਹੀ ਰਿਹਾ ਹੈ ਕਿ ਚਲੋ 100% ਨਹੀਂ, ਬਟ ਵਟ ਐਵਰ ਵੀ, ਮੇਟ ਵੀ 60%, ਮੇਟ ਵੀ 50%, ਤੁਸੀਂ ਇਸ ਵੇਲੇ ਸਟੂਡੈਂਟਸ ਨੂੰ ਆਫਟਰ ਖਤਮ ਹੋਏਗਾ, ਵਟ ਡੂ ਯੂ ਫੀਲ ਕਿ ਬੱਚਿਆਂ ਨੂੰ ਇਹਦੀ ਇਸ ਕੋਰਸ ਦੀ
ਕਿੰਨੀ ਕੁ ਯੂਟਿਲਿਟੀ ਹੋਏਗੀ ਉਹਨਾਂ ਦੀ ਪ੍ਰੋਫੈਸ਼ਨਲ ਐਂਡ ਤੇ, and how much input they need to devote in future also to excel in this language. ਇੱਥੇ ਦੋ ਗੱਲਾਂ ਹੋ ਗਈਆਂ। ਇੱਕ ਤਾਂ ਇਹ ਹੈ ਕਿ ਜੇ ਮੈਂ ਪਾਈਥਨ ਸਿਖਾ ਰਿਹਾ ਤੇ ਉਹ ਬੱਚੇ ਪਾਈਥਨ ਨੂੰ ਸਿੱਖ ਕੇ ਸਹੀ ਮਾਇਨੇ ਵਿੱਚ ਇੰਪਲੀਮੈਂਟ ਕਰਕੇ ਇੰਡਸਟਰੀ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਆ ਕਿ ਨਹੀਂ। ਦੂਸਰੀ ਗੱਲ ਜਿਹੜੀ ਹੈ ਉਹ ਇਸ ਤੋਂ ਜ਼ਿਆਦਾ ਇੰਪੋਰਟੈਂਟ ਹੈ, ਉਹ ਇਹ ਹੈ ਕਿ ਬੱਚੇ ਆਨਲਾਈਨ ਐਜੂਕੇਸ਼ਨ ਨੂੰ ਅਡਾਪਟ ਕਰਨਾ ਸਿੱਖ ਲੈਣ। ਜੇ ਉਹ ਟਿਕਟੌਕ ਤੇ, ਜੇ ਉਹ YouTube, ਜੇ ਉਹ ਫੇਸਬੁੱਕ ਦੀਆਂ ਵੀਡੀਓਜ਼ ਆਪ ਬਣਾਉਂਦੇ ਆ ਬੜੇ ਸ਼ੌਕ ਨਾਲ, ਉਹ ਲੈਕਚਰ ਵਾਲੀਆਂ ਵੀਡੀਓਜ਼ ਨੂੰ ਉਸ ਸ਼ੌਕ ਨਾਲ ਨਹੀਂ ਦੇਖਦੇ ਇਸ ਕਰਕੇ ਕਿ ਟੀਚਰ ਕੋਲੇ ਨਹੀਂ ਹੁੰਦਾ, ਕਿਉਂਕਿ ਟੀਚਰ ਦੀ ਸੁਪਰਵਿਜ਼ਨ ਨਹੀਂ ਹੁੰਦੀ। ਤਾਂ ਮੇਰਾ ਇਹ ਮੰਨਣਾ ਹੈ ਕਿ ਅੱਜ ਦੀ ਡੇਟ ਵਿੱਚ ਬਹੁਤ ਸਾਰੀਆਂ ਕੰਪਨੀਆਂ ਆਨਲਾਈਨ ਐਜੂਕੇਸ਼ਨ ਦੇ ਨਾਮ ਤੇ ਤੁਹਾਡਾ ਕੋਰਸ ਜੁਆਇਨ ਕਰਾ ਲੈਂਦੀਆਂ। ਮੰਨ ਲਓ ਉਹਦੇ 25 ਵੀਡੀਓਜ਼ ਹੈਗੇ ਆ 15-15 ਮਿੰਟ ਦੇ, ਅੱਧੇ ਘੰਟੇ ਦੇ, ਬੱਚਾ ਕਈ ਵਾਰੀ 4-5 ਵੀਡੀਓ ਇੱਕ ਦਿਨ 'ਚ ਹੀ ਖਤਮ ਕਰ ਦਿੰਦਾ। ਇਹ ਉਹਨੂੰ ਸਮਝ ਨਹੀਂ ਆਊਗਾ ਕੁਝ। ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਹੈ ਕਿ ਟੀਚਰ ਪ੍ਰੈਜ਼ੈਂਟ ਨਹੀਂ ਹੈ ਵੈਬੀਨਾਰ ਦੇ ਵਿੱਚ, ਟੀਚਰ ਸਾਹਮਣੇ ਪ੍ਰੈਜ਼ੈਂਟ ਹੈ। ਹਾਲਾਂਕਿ ਮੰਨ ਲਓ ਮੈਂ ਵੀ YouTube ਤੋਂ ਮੈਟਰ ਇਕੱਠਾ ਕਰਕੇ ਉਹਦਾ ਕੰਟੈਂਟ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ, ਇਹ ਮੇਰੀ ਫਿਜ਼ੀਕਲ ਤੇ ਨਹੀਂ ਹੈ, ਹਾਈਬ੍ਰਿਡ ਟੈਕਨੋਲੋਜੀ ਹੈ। ਇੱਥੇ ਮੇਰੀ ਲੋੜ ਪੈਣੀ ਹੈ। ਜਿਹੜੀ ਅੱਜ ਦੀ ਟੈਕਨੋਲੋਜੀ ਇਹ ਕਹਿ ਰਹੀ ਹੈ ਕਿ ਟੀਚਰ ਦੀ ਲੋੜ ਨਾ ਪਵੇ, ਅਸੀਂ ਵੀਡੀਓ ਰਿਕਾਰਡ ਕਰਾ ਕੇ ਰੱਖ ਲਈਏ ਤੇ ਬੱਚਿਆਂ ਨੂੰ ਕਹਿ ਦਈਏ ਤੁਹਾਡਾ ਕੋਰਸ ਸ਼ੁਰੂ ਹੋ ਗਿਆ ਤੇ ਰੋਜ਼ ਇੱਕ ਵੀਡੀਓ ਲਾ ਦਿਆ ਕਰੀਏ। ਜਿਵੇਂ ਟੀਵੀ ਚੈਨਲਾਂ ਵਾਲੇ ਮੂਵੀ ਦੀ ਵੀਡੀਓ ਲਾ ਦਿੰਦੇ, ਗਾਣਿਆਂ ਦੀਆਂ ਵੀਡੀਓਜ਼, ਉਹ ਰੈਂਡਮਲੀ ਆਪਣੇ ਆਪ ਹੀ ਚੱਲਦੀਆਂ ਰਹਿੰਦੀਆਂ, ਬੰਦਾ ਉੱਥੇ ਕੋਈ ਨਹੀਂ ਬੈਠਾ ਹੁੰਦਾ। ਉਹ ਕੰਮ ਹਜੇ ਨਹੀਂ ਚੱਲਣਾ। ਇਹ ਚੰਗੀ ਗੱਲ ਹੈ ਕਿ ਸਾਡੇ ਬੱਚਿਆਂ ਨੇ ਆਨਲਾਈਨ ਵੀਡੀਓਜ਼ ਦੇਖਣੀਆਂ, ਚਾਹੇ ਉਹ ਟਿਕਟੌਕ ਵਾਲੀਆਂ ਹੋਣ, ਚਾਹੇ YouTube, ਚਾਹੇ ਫੇਸਬੁੱਕ, ਉਹ ਦੇਖਣੀਆਂ ਤਾਂ ਸ਼ੁਰੂ ਕਰ ਦਿੱਤੀਆਂ ਨਾ। ਟਾਈਮ ਤਾਂ ਵੇਸਟ ਹੁੰਦਾ ਕਿਸੇ ਚੀਜ਼ ਨੂੰ ਲਰਨ ਕਰਨ ਵਾਸਤੇ। ਉਹ ਸਮਾਂ ਗਵਾਇਆ ਨਹੀਂ, ਉਹ ਤੁਹਾਡੀ ਆਦਤ ਬਣ ਰਹੀ ਹੈ। ਹੁਣ ਉਸ ਆਦਤ ਤੋਂ ਸਹੀ ਫਾਇਦਾ ਜੇ ਉਠਾਉਣਾ ਚਾਹੁੰਦੇ ਹੋ ਤਾਂ ਫਿਰ ਥੋੜਾ ਜਿਹਾ ਡਿਸਿਪਲਿਨ 'ਚ ਆ ਕੇ ਇਹਨੂੰ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਮੈਂ ਇੱਥੇ ਬੈਠਾ ਤੁਹਾਡੇ ਕੰਪਿਊਟਰ ਤੇ ਤੁਹਾਡਾ ਪ੍ਰੋਗਰਾਮ ਚਲਾ ਸਕਦਾ, ਇਦੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ। ਬੰਦਾ ਸੋਚਦਾ ਹੈ ਕਿ ਲੈਬ ਕਿਵੇਂ ਚੱਲੂਗੀ, ਲੈਬ ਚਲਾਉਣ 'ਚ ਕੀ ਪ੍ਰੋਗਰਾਮ ਹੈ, ਪ੍ਰੋਬਲਮ ਹੈ ਟੀਮ ਵਰਕ ਦੇ ਵਿੱਚ, ਟੀਮ ਵਿਊਅਰ 'ਚ ਮੈਂ ਆ ਕੇ ਤੁਹਾਡੇ ਕੰਪਿਊਟਰ ਤੇ ਤੁਹਾਡਾ ਪ੍ਰੋਗਰਾਮ ਚਲਾ ਦਿੰਦਾ। ਇੱਕ ਵਾਰੀ ਨਹੀਂ ਸਮਝ ਆਊਗਾ, 2 ਵਾਰੀ ਨਹੀਂ ਆਊਗਾ, 4 ਵਾਰੀ ਨਹੀਂ ਆਊਗਾ, ਆਈ ਜਾਊਗਾ ਨਾ। ਤੇ ਜਿਹੜੇ ਸਾਡੇ ਬੱਚੇ ਉਹ ਇੰਨੇ ਸਿਆਣੇ ਆ, ਸਮਾਰਟ ਵੀ ਹੈ ਕਿ ਉਹ ਪ੍ਰੋਗਰਾਮ ਨੂੰ ਰਨ ਕਰ ਲੈਂਦੇ। ਇਹ ਸਿਰਫ ਇੱਕ ਪਹਿਲ ਕਦਮੀ ਹੈ ਕਿ ਅਸੀਂ ਆਨਲਾਈਨ ਵੈਬੀਨਾਰ ਚਲਾ ਰਹੇ ਹਾਂ। ਅਸੀਂ ਵੀ ਵੀਡੀਓ ਚਲਾ ਸਕਦੇ ਸੀ, ਮੇਰੀ ਐਬਸੈਂਸ ਵਿੱਚ ਵੀਡੀਓ ਚਲਾ ਕੇ ਤੁਸੀਂ ਲੈਕਚਰ ਬੱਚਿਆਂ ਨੂੰ ਦਿਖਾ ਸਕਦੇ ਹੋ, ਪਰ ਉਹਦਾ ਉਹ ਫਾਇਦਾ ਨਹੀਂ ਰਹਿਣਾ ਜਿਹੜਾ ਫਾਇਦਾ ਮੇਰੇ ਸਾਹਮਣੇ ਬੈਠੇ ਤੇ ਹੋਣਾ ਜਾਂ ਮੇਰੇ ਜਾਂ ਕਿਸੇ ਹੋਰ ਟੀਚਰ ਦੇ ਸਾਹਮਣੇ ਬੈਠੇ ਤੇ ਹੋਣਾ। ਤਾਂ ਦੂਸਰੀ ਗੱਲ ਹੈਗੀ ਹੈ ਕਿ ਇੰਡਸਟਰੀ 'ਚ ਕਿੰਨਾ ਫਾਇਦਾ ਹੋਊਗਾ। ਉਹ ਉਦੋਂ ਫਾਇਦਾ ਹੋਊਗਾ ਜਦੋਂ ਇਹ ਆਪ ਕਰ ਕਰਕੇ ਪ੍ਰੈਕਟਿਸ ਕੌਨਫੀਡੈਂਟ ਹੋ ਜਾਂਦੇ ਹੈ। ਤਾਂ ਫਿਰ ਸਾਹਮਣੇ ਕੀ ਪ੍ਰੋਬਲਮ ਹੈ। ਅੱਜ ਕੱਲ੍ਹ ਤੁਹਾਨੂੰ ਜੇ ਕੋਈ ਕੰਪਨੀ ਕਹਿੰਦੀ ਥੋੜਾ ਟੈਸਟ ਲੈਣਾ ਹੈ ਨੌਕਰੀ ਰੱਖਣ ਤੋਂ ਪਹਿਲਾਂ, ਉਹ ਤੁਹਾਨੂੰ ਇਹ ਨਹੀਂ ਕਹਿੰਦੀ ਹੁਣੇ ਕਰਕੇ ਦਿਖਾ ਦਿਓ, ਤੁਹਾਨੂੰ ਪ੍ਰੋਬਲਮ ਦੱਸ ਦਿੱਤੀ, ਤੁਸੀਂ ਅੱਧੇ ਘੰਟੇ 'ਚ ਕਰ ਦਿਓ, ਤੁਸੀਂ ਪੌਣੇ ਘੰਟੇ 'ਚ ਕਰ ਦਿਓ। ਉਹ ਕਰਨਾ ਕਿੱਥੋਂ ਹੁੰਦਾ। ਮੈਕਸੀਮਮ IT ਪ੍ਰੋਫੈਸ਼ਨਲ ਜਿਹੜੇ ਆ ਉਹ ਇੰਟਰਨੈਟ ਤੋਂ ਹੈਲਪ ਲੈ ਕੇ ਸੋਲੂਸ਼ਨ ਲੱਭ ਕੇ ਕੋਡ ਬਣਾ ਕੇ ਦੇ ਦਿੰਦੇ। ਇਹਦੇ 'ਚ ਬੁਰਾ ਵੀ ਕੁਝ ਨਹੀਂ, ਫਿਰ ਕੀ ਹੋ ਗਿਆ, ਸਾਨੂੰ ਪ੍ਰੋਬਲਮ ਸੋਲਵ ਕਰਵਾਉਣੀ ਸੀ ਨਾ, ਹੁਣੇ ਕਰ ਦਿੱਤੀ। ਇੱਥੇ ਇੱਕ ਗੱਲ ਹੋਰ ਹੈ, ਤੁਸੀਂ ਕਿਹਾ ਤੁਹਾਡਾ ਸਬਜੈਕਟ ਡਿਫਰੈਂਟ ਹੈ, ਸ਼ਾਇਦ ਤੁਹਾਨੂੰ ਪਾਈਥਨ ਸਿੱਖਣ ਦੀ ਜ਼ਰੂਰਤ ਨਹੀਂ ਹੈ। ਤਾਂ ਮੇਰਾ ਇਹ ਕੰਮ ਹੈ ਕਿ ਮੈਂ ਤੁਹਾਡੇ ਵਾਸਤੇ ਪਾਈਥਨ ਦੀ ਲੋੜ ਪੈਦਾ ਕਰਨੀ। ਮੈਨੂੰ ਤੁਹਾਡਾ ਸਬਜੈਕਟ ਨਹੀਂ ਪਤਾ, ਫਿਰ ਵੀ ਮੈਂ ਕਰ ਸਕਦਾ। ਮੈਨੂੰ ਜਰਾ ਸਬਜੈਕਟ ਦੱਸ ਦਿਓ। ਡਾਕਟਰ ਮੈਂ ਹਿਊਮਨ ਜੈਨੇਟਿਕਸ। ਹਾਂਜੀ, ਹਿਊਮਨ ਜੈਨੇਟਿਕਸ। ਜੈਨੇਟਿਕਸ ਤਾਂ ਜਿੰਨੀ ਸਾਡੇ ਨਵੇਂ ਸੌਫਟਵੇਅਰ ਆ ਰਹੇ ਆ, ਉਹ ਜਿਹੜੇ ਕੋਡ ਹੁੰਦੇ ਨਾ ਤੁਹਾਡੇ ਜੀਨ ਦੇ, RNA DNA, ਉਹਨਾਂ ਦੀ ਜਿਹੜੀ ਸੀਕੁਐਂਸਿੰਗ ਹੁੰਦੀ ਹੈ ਉਹਨੂੰ ਸੋਲਵ ਕਰਨ ਦੇ ਵਿੱਚ ਪਾਈਥਨ ਤੇ R ਲੈਂਗੁਏਜ ਸਭ ਤੋਂ ਵੱਧ ਹੈਲਪਫੁਲ ਹੈ। ਦੂਸਰੀ ਲੈਂਗੁਏਜ ਸਿੱਖਣੀ ਬਹੁਤ ਔਖੀ ਹੈ। ਸਾਡਾ ਇੱਕ ਨਵਾਂ ਪ੍ਰੋਗਰਾਮ ਲਿਖਿਆ ਹੋਇਆ ਹੈ, ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬਾਇਓਟੈਕਨੋਲੋਜੀ ਡਿਪਾਰਟਮੈਂਟ ਵਾਲੇ ਸਾਡੇ ਵਾਸਤੇ FTP ਲਵਾਉਣਾ ਚਾਹੁੰਦੇ ਆ। ਉਹਦੇ ਵਿੱਚ ਓਨਲੀ ਬਾਇਓਟੈਕਨੋਲੋਜੀ ਦੇ ਫੈਕਲਟੀ ਐਂਡ ਸਟੂਡੈਂਟ ਹੋਣਗੇ। ਮੇਰਾ ਅੱਧਾ ਇੱਕ ਕੰਮ ਹੋ ਚੁੱਕਾ ਹੈ, ਬਾਕੀ ਅੱਧਾ ਤਿਆਰ ਕਰਨ ਵਾਲਾ ਬਾਕੀ। ਡਾਕਟਰ ਸਾਹਿਬ ਅੱਜ ਦੇ ਟਾਈਮ ਦੇ ਵਿੱਚ ਐਸਾ ਕੋਈ ਫੀਲਡ ਨਹੀਂ ਹੈ ਜਿਹਦੇ ਵਿੱਚ ਕੰਪਿਊਟਰ ਇੰਪੋਰਟੈਂਟ ਨਹੀਂ ਹੈ, ਬਿਕਾਜ਼ ਕੰਪਿਊਟਰ ਇਜ਼ ਨਾਓ ਐਵਰੀਵੇਅਰ।
मैं तो सिंपली इन्ना क्या है क्योंकि जिस हुन मैनू पढ़िया भी देयर इज अ बिग गैप ਜਿਹੜੀ ਟੁਡੇ ਜਨਰੇਸ਼ਨ ਹੈ ਉਹਨੂੰ ਤਾਂ ਉਹਦੇ ਤਾਂ ਬਿਲਕੁਲ ਨਾਲ ਕੰਪਿਊਟਰ ਚੱਲ ਰਿਹਾ ਹੈ ਐਂਡ ਵੀ ਪੀਪਲ ਹੂ ਆਰ ਮੈਚੁਰ ਇਨਫ ਇੱਕ ਫੇਜ਼ ਨਿਕਲ ਗਿਆ ਹੈ ਵੀ ਆਰ ਆਲਸੋ ਟ੍ਰਾਈਂਗ ਟੂ ਲਰਨ ਐਂਡ ਟੂ ਮੇਕ आवरसेल्फ ਅਪਡੇਟ ਮੈਂ ਤਾਂ ਸਿੰਪਲੀ ਇੰਨਾ ਕਹਿ ਰਹੀ ਸੀ ਕਿ a person like me who's totally non computer person ਉਹਦੇ ਲਈ ਚੀਜ਼ਾਂ ਨੂੰ absorb ਕਰਨਾ as compared to today's generation ਜਾਂ you people it is comparatively tough तो इस करके मैं ਤਾਂ ਕਿਹਾ ਸੀ ਜਦੋਂ ਮੈਨੂੰ ਇੰਦਰਪ੍ਰੀਤ ਮੈਡਮ ਨੇ ਕਿਹਾ ਕਿ ਯੈਸਟਰਡੇ ਦਾ ਜੋ ਪ੍ਰੋਗਰਾਮ ਸੀ ਉਹਦੇ ਤੇ ਮੈਡਮ ਥੋੜਾ ਕਮੈਂਟ ਕਰਨ ਤਾਂ ਮੈਂ ਕਿਹਾ ਸੀ ਕਿ ਆਈ ਐਮ ਨਾਟ ਦ ਰਾਈਟ ਪਰਸਨ ਯੂ ਆਰ ਦ ਰਾਈਟ ਪਰਸਨ ਟੂ ਕਮੈਂਟ ਔਨ ਇਟ ਬਿਕਾਜ਼ ਯੂ ਇੰਟਰੈਕਟ ਵਿਦ ਦ ਸਟੂਡੈਂਟਸ ਸੋ ਯੂ ਨੋ ਬੈਟਰ ਕਿ ਤੁਸੀਂ ਜੋ ਡਿਲੀਵਰ ਕੀਤਾ ਹਾਊ ਮਚ ਦ ਸਟੂਡੈਂਟਸ ਕੁਡ ਇਮਬਾਈਬ ਐਂਡ ਵਾਟ ਸੌਰਟ ਆਫ ਬੈਨੀਫਿਟ ਦੇ ਆਰ ਗੋਇੰਗ ਟੂ ਗੈਟ ਆਊਟ ਆਫ ਇਟ ਸੋ ਬਾਕੀ ਇਹਦਾ ਜਵਾਬ ਮੈਂ ਤੁਹਾਨੂੰ ਆਪਣੇ ਹਿਸਾਬ ਨਾਲ ਦਿੰਦਾ ਜੀ ਮੇਰਾ ਰੁਜ਼ਗਾਰ ਕੰਪਿਊਟਰ ਮੇਰਾ ਰੁਜ਼ਗਾਰ ਹੈ ਜੀ ਮੈਂ ਆਪਣੀ ਕਲਾ ਜਿਹੜੀ ਮੈਨੂੰ ਸਕਿੱਲਸ ਜਿਹੜੀਆਂ ਉਹ ਵੇਚਣੀਆਂ ਹੈ ਤਾਂ ਜੇ ਮਾਰਕੀਟਿੰਗ ਵਿੱਚ ਇੱਕ ਬੰਦਾ ਕੰਘਾ ਵੇਚਦਾ ਗੰਜੇ ਬੰਦੇ ਨੂੰ ਜਿਹਨੂੰ ਕੰਘੇ ਦੀ ਜ਼ਰੂਰਤ ਨਹੀਂ ਹੈ ਤਾਂ ਮੈਂ ਸੌਫਟਵੇਅਰ ਬਣਾ ਕੇ ਵੇਚਣਾ ਤਾਂ ਕਿ ਮੇਰੀ ਰੋਜ਼ਗਾਰੀ ਉਹਦੇ ਤੇ ਟਿਕੀ ਵੀ ਹੈ ਤਾਂ ਮੈਂ ਕਿਸੇ ਵਾਸਤੇ ਵੀ ਸੌਫਟਵੇਅਰ ਬਣਾਉਂਗਾ ਤੇ ਉਹਨੂੰ ਮਹਿਸੂਸ ਕਰਾਉਂਗਾ ਕਿ ਤੁਹਾਨੂੰ ਤਾਂ ਇਹਦੀ ਬਹੁਤ ਲੋੜ ਸੀ ਤੁਸੀਂ ਤਾਂ ਹੁਣ ਤੱਕ ਵਰਤਿਆ ਨਹੀਂ ਨਾ ਅੱਜ ਤੁਸੀਂ ਯੂਜ਼ ਕਰੋ ਤੁਸੀਂ ਮੈਨੂੰ ਇਹ ਦੱਸੋ ਇਹਦੇ 'ਚ ਕਮੀ ਕੀ ਹੈ ਫਿਰ ਮੈਂ ਕਮੀ ਦੂਰ ਕਰੂੰਗਾ ਇਹ ਜਿਹੜਾ ਜਵਾਬ ਹੈ ਇਹ ਸਾਰੇ ਬੱਚਿਆਂ ਵਾਸਤੇ ਹੈ ਜਿਹੜੇ ਆਈਟੀ ਫੀਲਡ ਵਾਲੇ ਕਿ ਤੁਸੀਂ ਤੁਹਾਡੇ ਕੋਲ ਇੱਕੋ ਹੀ ਕਲਾ ਹੈ 3 ਸਾਲ BCA ਦੇ ਲਾ ਲਏ 2 ਸਾਲ MCA ਦੇ ਲਾ ਲਓਗੇ 5 ਸਾਲ ਤੁਸੀਂ ਪੜ੍ਹਨ ਤੋਂ ਬਾਅਦ ਜੇ ਤੁਸੀਂ ਆਪਣੀ ਕਲਾ ਹੀ ਨਹੀਂ ਵੇਚ ਸਕਦੇ ਤਾਂ ਤੁਸੀਂ 5 ਸਾਲ ਕੀ ਕੀਤਾ ਜੀ ਜੀ ਰਾਈਟ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਨੂੰ ਆਪਣੀਆਂ ਗੱਲਾਂ ਵੱਲ ਲਾ ਲਿਆ ਡਾਕਟਰ ਸਾਹਿਬ ਤੁਹਾਡੇ ਸਟੂਡੈਂਟਸ ਨੂੰ ਇਸ ਵੇਲੇ ਤੁਹਾਡੀਆਂ ਵੈਲਿਊਬਲ ਜਿਹੜਾ ਡਿਸਕੋਰਸ ਹੈ ਇਹਦੀ ਬਹੁਤ ਜ਼ਰੂਰਤ ਹੈ ਤੇ ਥੈਂਕ ਯੂ ਵੈਰੀ ਮਚ ਸਰ ਅਸੀਂ ਕੱਲ ਫੇਰ ਮਿਲਾਂਗੇ ਜ਼ਰੂਰ ਮਿਲਾਂਗੇ ਐਂਡ ਯਾ Inderpreet, from my side, just try to get the feedback from the students, how much they imbibed from the yesterday's event. Why I can't hear you, Inderpreet? I can't hear you. हाँ जी मैम ठीक है ਹੁਣ audible ਹੋ yes हाँ जी मैम मैं फीडबैक जरूर लवांगी जी स्टूडेंट्स ਤੋਂ ठीक है ਬੜੀ ਹੈਲਦੀ ਡਿਸਕਸ਼ਨ ਸੀ ਤੁਹਾਡੀ ਤੇਰਾ ਸਾਰੇ ਸਟੂਡੈਂਟਸ ਨੂੰ ਵੀ ਮਿਲ ਲੱਗਿਆ ਅੱਛਾ ਲੱਗਿਆ ਹੋਣਾ ਜੀ 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 ਤੇ ਕੋਈ ਨਹੀਂ ਯੂ ਕੰਟੀਨਿਊ ਵਿਦ ਇਟ ਮੈਮ ਠੀਕ ਹੈ ਜੀ ਥੈਂਕ ਯੂ ਮੈਮ ਠੀਕ ਹੈ ਓਕੇ ਜੀ ਠੀਕ ਹੈ ਥੈਂਕ ਯੂ ਓਕੇ ਥੈਂਕ ਯੂ ਸਰ ਥੈਂਕ ਯੂ ਜੀ हाँ जी it is my humble request to Dr. Sruta that please start second day's session. Okay. हाँ जी sir you can share the screen. ਸਕਰੀਨ ਤੁਹਾਡੇ ਸਾਹਮਣੇ ਹੈ ਹਾਂਜੀ ਸਰ ਅੱਜ ਮੈਂ ਤੁਹਾਨੂੰ ਫਾਈਲ ਪ੍ਰੋਸੈਸਿੰਗ ਦੇ ਬਾਰੇ ਕੁਝ ਦੱਸਣਾ ਹੈ ਵੀ ਪਾਈਥਨ ਕਿਸ ਤਰ੍ਹਾਂ ਕਰਦਾ ਮੈਂ ਕੁਝ ਟੈਕਸਟ ਲਿਖਿਆ ਹੈ ਨੋਟਪੈਡ ਦੇ ਵਿੱਚ ਇੰਨਾ ਕੁ ਟੈਕਸਟ ਲਿਖ ਲਿਆ hello this text file is written using python the name of file is write text and regards in the notebook and saved it as text file ਉਹਦਾ ਨਾਮ ਰੱਖਤਾ write text.txt ਮੇਰਾ ਕੋਡ ਹੈ ਕਿ ਟੈਕਸਟ ਫਾਈਲ ਨੂੰ ਮੈਂ ਰੀਡ ਕਰਨਾ ਇਹਨੂੰ ਨਾਮ ਦੇ ਦਿੱਤਾ ਇਹਨੂੰ ਵੇਰੀਏਬਲ ਕਹਿੰਦੇ ਆ ਵੈਸੇ ਅਸੀਂ ਦੂਜੀਆਂ ਲੈਂਗੁਏਜ ਦੇ ਵਿੱਚ ਪਰ ਮੈਂ ਇੱਥੇ ਇਹਦਾ ਨਾਮ ਰੱਖਿਆ ਇਹਨੂੰ ਹੈਂਡਲਰ ਕਿਹਾ ਜਾਂਦਾ ਇਹ ਫਾਈਲ ਹੈਂਡਲਰ ਹੈ ਓਪਨ ਰਾਈਟ txt.text ਇਹ ਰੀਡ ਫਾਰਮੈਟ ਦੇ ਵਿੱਚ ਮੋਡ ਹੁੰਦੇ ਆ ਰੀਡ ਮੋਡ ਦੇ ਵਿੱਚ ਪੜਿਆ txt ਫਾਰਮੈਟ ਦੇ ਵਿੱਚ ਫਾਈਲ ਨੂੰ ਪੜਿਆ ਹੈਂਡਲਰ ਦੇ ਵਿੱਚ ਸਾਰਾ ਡਾਟਾ ਫਾਈਲ ਦਾ ਪਹੁੰਚ ਗਿਆ ਉਸ ਤੋਂ ਅੱਗੇ ਮੈਂ ਲਾਈਨ ਲਿਖੀ ਹੈ ਪ੍ਰਿੰਟ ਟੈਕਸਟ ਫਾਈਲ ਡਾਟ ਰੀਡ ਇੱਕ ਫੰਕਸ਼ਨ ਹੈ ਜਿਹੜਾ ਟੈਕਸਟ ਫਾਈਲ ਨੂੰ ਰੀਡ ਕਰਦਾ ਆ ਜਿਹੜਾ ਹੈਂਡਲਰ ਸੀ ਉਹਨੂੰ ਰੀਡ ਕਰਦਾ ਉਸ ਤੋਂ ਬਾਅਦ ਫਾਈਲ ਕਲੋਜ਼ ਤਾਂ ਆ ਤੁਹਾਡੀ ਇੱਕ ਫਾਈਲ ਬਣ ਗਈ ਜਦੋਂ ਰਨ ਕੀਤੀ ਹੈ ਤਾਂ ਉਹਨੇ ਆਊਟਪੁੱਟ ਦਿਖਾ ਦਿੱਤੀ ਤੇ ਆ ਤੁਹਾਡੇ ਕੋਲ ਇਸ ਪ੍ਰੋਗਰਾਮ ਤੇ ਦੇਖੋ ਬੜਾ ਸਿੰਪਲ ਜਿਹਾ ਹੈ ਕਿ ਟੈਕਸਟ ਫਾਈਲ ਰੀਡ ਕਿਵੇਂ ਕਰਨੀ C++ ਵਿੱਚ ਤੁਹਾਡੇ ਜਿਹੜਾ ਲਾਸਟ ਸਬਜੈਕਟ
C++ ਦੇ ਵਿੱਚ ਜਿਹੜਾ ਲਾਸਟ ਚੈਪਟਰ ਹੁੰਦਾ ਹੈ ਨਾ, ਉੱਥੇ ਤੁਸੀਂ ਫਾਈਲ 'ਚ ਰੀਡ ਕਰਦੇ ਹੋ ਜਾਂ ਫਾਈਲ ਪ੍ਰੋਸੈਸ ਕਰਦੇ ਹੋ। ਇੱਥੇ ਤੁਹਾਨੂੰ ਸੈਕੰਡ ਡੇ ਫਾਈਲ ਓਪਨ ਕਰਕੇ ਫਾਈਲ ਰੀਡ ਕਰਨੀ ਸਿਖਾ ਦਿੱਤੀ। ਦੇਖ ਰਹੇ ਹੋ ਤੁਸੀਂ ਫਾਈਲ ਲੈਣੇ ਟੈਸਟ ਫਾਈਲ ਹੈ, ਉਹਦੇ ਵਿੱਚ ਮੈਟਰ ਇਹ ਹੈ। Hello, this is text file written as test.w1.txt. Same चीज text file handler open test.w1 ਤੇ ਫਾਈਲ ਮੇਰੀ ਕਿੱਥੇ ਪਈ ਹੈ? ਇਹ ਫਾਈਲ ਮੇਰੀ ਪਾਈਥਨ ਫੋਲਡਰ ਦੇ ਵਿੱਚ ਆ ਪਈ ਹੈ। ਇਹ ਫਾਈਲ ਨੂੰ ਮੈਂ ਰੀਡ ਕਰਾਇਆ। ਇਹ ਟੈਕਸਟ ਫਾਈਲ ਦੇ ਵਿੱਚ ਜੇ ਮੈਂ ਇੱਥੇ ਦੇਖਾਂ ਟੈਕਸਟ ਫਾਈਲ ਦੇ ਵਿੱਚ ਹੈ ਕੀ, ਇਹ ਕੋਡ ਹੈ, ਮੈਨੂੰ ਦਿਖਣਾ ਨਹੀਂ ਵੀ ਕੀ ਹੈ। ਇਹ 'ਚ ਇੰਨਾ ਹੀ ਦੱਸਿਆ ਕਿ ਫਾਈਲ ਦਾ ਨਾਂ ਕੀ ਹੈ ਤੇ ਕਿਹੜੇ ਮੋਡ ਵਿੱਚ ਓਪਨ ਹੋਈ ਵੀ ਹੈ ਤੇ ਕਿਸ ਤਰ੍ਹਾਂ ਦੀ ਇਨਕੋਡਿੰਗ ਹੈ। ਜੇ ਮੈਂ ਆਊਟਪੁੱਟ ਦੇਖਣੀ ਹੈ ਤਾਂ ਮੈਨੂੰ ਆਹ ਲਾਈਨ ਲਿਖਣੀ ਪੈਂਦੀ ਹੈ ਕਿ ਟੈਕਸਟ ਫਾਈਲ ਤੋਂ ਬਾਅਦ ਫੰਕਸ਼ਨ ਪਾ ਦਿਓ ਰੀਡ। ਮੈਂ ਇੱਥੇ ਵੀ ਲਿਖ ਸਕਦਾ ਟੈਕਸਟ ਫਾਈਲ ਇੱਕ ਵਾਰੀ ਓਪਨ ਹੋਈ ਵੀ ਹੈ ਤਾਂ ਮੈਨੂੰ ਕਲੋਜ਼ ਕਰਨੀ ਪੈਂਦੀ ਹੈ। ਉਹ ਕਲੋਜ਼ ਕਰੀ ਤਾਂ ਫਾਈਲ ਨਿਕਲ ਜਾਂਦੀ ਹੈ। ਇਸ ਵੇਲੇ ਮੈਂ ਇਹਨੂੰ ਇਦਾਂ ਹੀ ਰਨ ਕਰ ਦਿੰਦਾ ਤੁਹਾਡੇ ਸਾਹਮਣੇ ਤੇ ਤੁਹਾਨੂੰ ਆਊਟਪੁੱਟ ਤੁਹਾਡੇ ਸਾਹਮਣੇ ਆ ਜਾਏ। ਇਹ ਆਊਟਪੁੱਟ ਆ ਗਈ ਤੁਹਾਡੇ ਸਾਹਮਣੇ। ਇੱਕ ਵਾਰ ਫੇਰ ਰਨ ਕਰ ਦਿੰਦਾ। ਤਾਂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਟੈਕਸਟ ਫਾਈਲ ਨੂੰ ਰੀਡ ਕਰਨ ਵਾਸਤੇ ਇੰਨਾ ਕੀ ਝੰਜਟ ਕਰਨਾ ਜ਼ਿਆਦਾ ਨਹੀਂ। ਇਸ ਤਰ੍ਹਾਂ ਰਾਈਟ ਟੈਕਸਟ ਫਾਈਲ ਇਨਟੂ txt ਐਂਡ ਰੀਡ ਇਟ ਇਮੀਡੀਏਟਲੀ। ਇਹਦੇ ਵਿੱਚ ਪਹਿਲਾਂ ਰਾਈਟ ਕੀਤਾ ਫਿਰ ਰੀਡ ਕੀਤਾ। ਉਹੀ ਹੈਂਡਲਰ ਬਣਾ ਲਿਆ, ਟੈਸਟ ਫਾਈਲ ਦਾ ਨਾਮ ਰੱਖ ਕੇ ਇੱਕ ਓਪਨ ਕੀਤੀ test.w1.txt ਫਾਈਲ। ਐਤਕੀ ਮੋਡ ਬਦਲਤਾ, ਉਹਦਾ ਮੋਡ W ਹੈ। W ਮੋਡ ਦਾ ਮਤਲਬ ਹੈ ਰਾਈਟ ਮੋਡ, R ਦਾ ਮਤਲਬ ਸੀ ਰੀਡ ਮੋਡ, W ਮੋਡ ਦਾ ਮਤਲਬ ਰਾਈਟ। ਟੈਸਟ ਫਾਈਲ ਉਵੇਂ ਨਾਮ ਲਿਖਤਾ, ਉਹਦੇ ਨਾਲ ਰਾਈਟ ਫੰਕਸ਼ਨ ਕਾਲ ਕਰ ਲਿਆ। ਰਾਈਟ ਫੰਕਸ਼ਨ ਦੇ ਵਿੱਚ ਮੈਂ ਮੈਟਰ ਲਿਖਤਾ ਜਿਹੜਾ ਮੈਂ ਲਿਖਾਉਣਾ ਚਾਹੁੰਦਾ ਫਾਈਲ ਤੋਂ। ਫਿਰ ਮੈਂ ਫਾਈਲ ਨੂੰ ਕਲੋਜ਼ ਕਰਤਾ। ਇਸ ਤੋਂ ਬਾਅਦ ਵਿੱਚ ਮੈਂ ਦੁਬਾਰਾ ਓਪਨ ਕਰਦਾ। ਵੈਸੇ ਲਿਖਣ ਦੀ ਲੋੜ ਹੈਗੀ ਹੈ ਰੀਡ ਮੋਡ ਵਿੱਚ ਓਪਨ ਕਰਨਾ, ਪਰ ਮੈਂ ਬਿਨਾਂ ਰੀਡ ਮੋਡ ਕਰੇ ਓਪਨ ਕਰ ਲਿਆ ਤੇ ਇਹਨੂੰ ਕਿਹਾ ਪ੍ਰਿੰਟ ਕਰ ਦਿਓ ਰੀਡ, ਤੇ ਇਹਨੇ ਫਾਈਲ ਨੂੰ ਰੀਡ ਕਰਕੇ ਫਾਈਲ ਕਲੋਜ਼ ਕਰ ਦਿਓ। ਤਾਂ ਤੁਸੀਂ ਦੋਨੇ ਕੰਮ ਇੱਕ ਫਾਈਲ 'ਚ ਹੀ ਕਰ ਲਏ। ਪਹਿਲਾਂ ਫਾਈਲ ਦੇ ਵਿੱਚ ਮੈਟਰ ਰਾਈਟ ਕੀਤਾ, ਫਿਰ ਤੁਸੀਂ ਉਹ ਫਾਈਲ ਨੂੰ ਕਲੋਜ਼ ਕੀਤਾ, ਫਿਰ ਤੁਸੀਂ ਦੂਸਰੀ ਫਾਈਲ ਨੂੰ ਓਪਨ ਕੀਤਾ ਜਿਹੜੀ ਹੁਣੇ ਰਾਈਟ ਕੀਤੀ ਸੀ ਰੀਡ ਮੋਡ ਵਿੱਚ, ਉਹਨੂੰ ਪੜ੍ਹ ਲਿਆ ਤੇ ਕਲੋਜ਼। ਇੱਥੇ ਤੱਕ ਇਹ ਚੀਜ਼ ਤੋਂ ਤੱਕ ਕੋਈ ਜੇ ਕੁਐਸਚਨ ਤੁਹਾਡੇ ਦਿਮਾਗ 'ਚ ਆਇਆ ਤਾਂ ਜ਼ਰੂਰ ਦੱਸਣਾ। ਤੁਸੀਂ ਫਾਈਲ ਨੂੰ txt ਫਾਈਲ ਨੂੰ ਨੋਟਪੈਡ ਵਿੱਚ ਬਣਾ ਕੇ ਵੀ ਰੀਡ ਕਰਵਾ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਪਾਈਥਨ ਨਾਲ ਹੀ ਰਾਈਟ ਕਰਾਣੀ ਹੈ ਤੇ ਪਾਈਥਨ ਬਾਅਦ ਵਿੱਚ ਰੀਡ ਵੀ ਪਾਈਥਨ ਨਾਲ ਕਰਾਣੀ ਹੈ। ਨੋਟਪੈਡ 'ਚ ਤੁਸੀਂ ਆਊਟਪੁੱਟ ਫਾਈਲ ਖੋਲ ਸਕਦੇ ਹੋ, ਨੋਟਪੈਡ 'ਚ ਤੁਸੀਂ ਇਨਪੁੱਟ ਫਾਈਲ ਬਣਾ ਸਕਦੇ ਹੋ। ਆਹ ਫਾਈਲ ਅਸੀਂ ਬਣਾਈ ਸੀ, ਇਹਨੂੰ ਮੈਂ ਨੋਟਪੈਡ ਦੇ ਵਿੱਚ ਓਪਨ ਕਰ ਸਕਦਾ। ਉਹੀ ਮੈਟਰ ਇੱਥੇ ਪਏ। ਥੋੜਾ ਅੱਗੇ ਚੱਲਦੇ ਹਾਂ। ਅਸੀਂ ਇੱਕ ਫਾਈਲ ਹੋਰ ਬਣਾਉਂਦੇ ਹਾਂ ਟੈਕਸਟ ਰਾਈਟ ਪ੍ਰੋਸੈਸਿੰਗ.txt। ਇਹਦੇ ਵਿੱਚ ਟੈਕਸਟ ਰਾਈਟ ਕੀਤਾ
एक लाइन फिर एक होर लाइन बहुत सारा मैटर लिख दिता उस बाद फाइल क्लोज कर दी ते राइट कर दी है फाइल जिन्ना मैटर असीं लिखा है एक फाइल बना दी ये वही फाइल है जिहदे विच मैं हुणे टाइप कीता सी आह फाइल सी ये नोटपैड नाल मैं इहदे च मैटर टाइप करता इन्हूं मैं रीड कराया आ देखो फाइल का नाम टेक्स्ट राइट प्रोसेसिंग txt है .txt लिखा उपरले दो कमेंट है इन्हों पढ़ने की लोड़ नहीं पर उपर जो एक पैकेज इंपोर्ट करना पैंता फाइल ओपन करने वास्ते उसका नाम है सिस इंपोर्ट सिस सानू इंपोर्ट करना पैंदा उस तो बाद विच टेक्स्ट फाइल हैंडलर दे विच फाइल का नाम देता असी नंबर ऑफ लाइन्स इस वेले 0 है जिवें असी i इज इक्वल टू 0 काउंट इज इक्वल टू 0 इनिशियलाइज करते हैं उन्हें वेरिएबल इनिशियलाइज कर लिया वर्ड्स इज इक्वल टू 0 करैक्टर इज इक्वल टू उस तो बाद विच मैं फाइल नूं ओपन किया है हैंडलर का नाम कोई सी टेक्स्ट फाइल रीड मोड दे विच ओपन किया उसका नाम एक नवा रखता एफ दे विच सारा रीड हो गया फॉर दी लूप लाई है कि लाइन पढ़नी है एफ दे विचों वर्ड किन्ने होणगे वो गिनने जिन्ने वर्ड होणगे लाइन स्प्लिट कर लो वर्ड बन जाएंगे नंबर ऑफ लाइन्स कितनी है जिन्नियां होणगियां एक एक वधी जाऊगी पेंड होई चलेगी नंबर ऑफ वर्ड्स किन्ने जिहड़ी वर्ड दी लेंथ है ਉਹਦੇ ਚ टोटल हो जानी है नंबर ऑफ कैरेक्टर्स किन्ने वो लाइन दी लेंथ करतांगे नंबर ऑफ कैरेक्टर्स आ जाणगे तिन्ने चीज़ां ਅਸੀਂ प्रिंट कर लईआं ਤਾਂ ਇਹਦੇ ਵਿੱਚ ਤੁਹਾਡੇ ਕੋਲੇ आउटपुट ਲਾਈਨਾਂ ਜਿੰਨੀਆਂ ਸੀ जिन्ने थोड़े को वर्ड्स है जिन्ने थोड़े को करैक्टर्स है सब की गिनती दिखा दी टेक्स्ट फाइल दे विच तां असीं इहो जिहा कुछ ही करना हुंदा ना कि गिनती किन्नी वर्ड्स की किन्नी लाइनां की किन्नी ते करैक्टर्स की इस तरह तुसीं वो जिहड़े वर्ड्स तुसीं स्टोर कीते है एक लिस्ट दे विच नवीं लिस्ट खाली कर ली ਉਹਦੇ ਵਿੱਚ ਤੁਸੀਂ फाइल रीड कराई एक राइट भी कराने वास्ते खोल ली दो फाइलां खुल गई जी रीड वाली फाइल है वह हैंडलर का नाम है फाइल इन जी राइट वाली फाइल है वो हैंडलर का नाम है फाइल आउट और लाइन इन फाइल इन क्योंकि इन नूं पढ़ना है तो इन का नाम आऊगा वर्ड स्प्लिट करके आएंगे ये वर्ड पहला है नहीं गा आ पा दिओ रिपीट नहीं करना आ हैगा इफ वर्ड नॉट इन जेड जेड की लिस्ट दे विच जे पहला वो वर्ड है नहीं गा फिर अपेंड कर देना कितना सिंपल है नहीं तो थोड़े कोल वारी वारी कुछ वर्ड वारी वारी आई जाएंगे तुसीं इकल्ले यूनीक वर्ड लैके आने आ लिख दो कि इफ वर्ड इन जेड जे वो वर्ड पहला जेड च हैगा फिर नहीं तो अपेंड कर दो फाइल राइट कर दो ये राइट के मूरे ਉਹਦਾ ना आउट लिखता क्योंकि ਉਹਦਾ हैंडलर का ना आउट वो आउट फाइल ਦੇ ਵਿੱਚ आउटपुट स्टोर हो जाए ਇਹਨੂੰ मैं रुक जाना ਆਪਾਂ एक एग्जांपल कर दें ਹੁਣ तक ਤੁਸੀਂ फाइलां रीड वगैरह कीतियां ही होणगियां एक फाइल बनाई मैं उसका नाम रखता मैं पंजाबी नोटपैड च खोली ਇਹਦੇ 'ਚ मैं कुछ गल्लां लिखियां
वाहिगुरु नाम जहाज है चढ़े सो तेरे पार। ते कुछ रंग लिखते थे लाल पीला हरा नीला काला संतरी गुलाबी। ਅਸੀਂ ਇਹਨੂੰ ਰੀਡ ਕਰਾਂਗੇ। ਸੀ ਵਿੱਚ ਬਹੁਤ ਔਖਾ ਕੰਮ ਹੈ, ਬੜਾ ਲੰਬਾ ਚੌੜਾ ਕੰਮ ਹੈ। ਅਸੀਂ ਪਾਈਥਨ ਚ ਪੜਾਉਂਦੇ। ਇਹ ਕੋਡ ਹੈ। ਕੋਡ ਤੁਹਾਡੇ ਸਾਹਮਣੇ ਜਿਹੜੀਆਂ ਰੈੱਡ ਲਾਈਨਾਂ ਇਹਨਾਂ ਨੂੰ ਭੁੱਲ ਜਾਓ, ਇਹ ਮੈਂ ਟੈਸਟਿੰਗ ਵਾਸਤੇ ਪਹਿਲਾਂ ਯੂਜ਼ ਕੀਤੀਆਂ ਸੀ। ਉਹ ਕਮੈਂਟ ਹੈ। ਇਹ ਤੁਹਾਡੀ ਟੈਕਸਟ ਫਾਈਲ ਹੈ, ਇਹ ਤੁਹਾਡੀ ਪਾਈਥਨ ਪ੍ਰੋਗਰਾਮ ਫਾਈਲ ਹੈ। ਸ਼ੈਲ 'ਚ ਤੁਹਾਡੇ ਜਵਾਬ ਆਉਣੇ ਤਾਂ ਪਹਿਲਾਂ ਮੈਂ ਰਨ ਕਰ ਦਿੰਦਾ, ਫਿਰ ਦੇਖਦੇ ਹਾਂ ਕੀ ਹੋਇਆ, ਕਿਹਨੇ ਕੀ ਕੀਤਾ। ਤੁਹਾਨੂੰ ਆਊਟਪੁੱਟ ਦਿਖ ਗਈ ਹੈ। ਮੈਂ ਲਿਖਿਆ ਇੱਕ ਇੰਪੋਰਟ ਕੋਡੈਕਸ, ਇੱਕ ਪੈਕੇਜ ਹੈ ਜਿਹੜਾ ਪੰਜਾਬੀ ਨੂੰ ਪੜੂਗਾ। ਫਾਈਲ ਦਾ ਨਾਮ ਉਵੇਂ ਹੀ ਓਪਨ ਕਰਕੇ ਲਿਖ ਦਿੱਤਾ। ਇਨਕੋਡਿੰਗ ਜਿਹੜੀ ਹੈਗੀ UTF-8 ਦੀ ਹੈ ਤੇ ਹੈਂਡਲਰ ਤੁਹਾਡਾ F ਹੈ। F ਨੂੰ ਰੀਡ ਕਰ ਲਿਆ ਟੈਕਸਟ ਦੇ ਵਿੱਚ। ਟੈਕਸਟ ਇਜ਼ ਇਕੁਅਲ ਟੂ F.read। ਤਾਂ ਟੈਕਸਟ ਵਿੱਚ ਕੀ ਹੈ ਦੇਖੀ। ਟੈਕਸਟ ਵਿੱਚ ਉਹ ਹੈ ਜੋ ਮੈਂ ਆ ਟਾਈਪ ਕੀਤਾ। ਵਾਹਿਗੁਰੂ ਨਾਮ ਜਹਾਜ ਹੈ। ਫਿਰ ਇਹ ਇੱਥੇ ਬ੍ਰੇਕ ਆ ਗਈ। /n ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਲਾਈਨ ਬ੍ਰੇਕ ਹੁੰਦੀ ਹੈ। ਸੀ ਵਿੱਚ ਵੀ ਕਰਦੇ ਰਹੇ ਹੋ। ਇਹ ਲਾਈਨਾਂ ਹੋ ਗਈਆਂ। ਇਸ ਤੋਂ ਬਾਅਦ ਲਾਲ ਪੀਲਾ ਹਰਾ ਰੰਗ ਹੋ ਗਿਆ। ਤਾਂ ਟੈਕਸਟ ਦੇ ਵਿੱਚ ਜੋ ਸਟੋਰ ਹੋ ਗਿਆ ਉਹ ਮੈਂ ਪ੍ਰਿੰਟ ਕਰਤਾ। ਇਹਨੇ ਪ੍ਰਿੰਟ ਕਰਕੇ ਦਿਖਾਤਾ ਮੈਨੂੰ, ਮੈਂ ਵੀ ਤੁਹਾਨੂੰ ਦਿਖਾਤਾ ਪ੍ਰਿੰਟ। ਉਸ ਤੋਂ ਬਾਅਦ ਮੈਂ Z ਵਿੱਚ ਸਪਲਿਟ ਕੀਤਾ ਇਹਨਾਂ ਨੂੰ। ਆਪਾਂ ਦੇਖੀਏ Z ਵਿੱਚ ਕੀ ਹੋਇਆ। Z ਵਿੱਚ ਜਿੰਨੇ ਵਰਡ ਸੀਗੇ ਉਹ ਸਾਰੇ ਇੱਕ ਲਿਸਟ ਵਿੱਚ ਸਟੋਰ ਹੋ ਗਏ। ਲਿਸਟ ਵਿੱਚ ਹੋਇਆ ਨਾ, ਦੇਖ ਲਈਏ ਆਪਾਂ। ਹਾਂ, ਤਾਂ Z ਦੇ ਵਿੱਚ ਜਿੰਨੇ ਪੰਜਾਬੀ ਦੇ ਵਰਡ ਸੀ ਉਹ ਲਿਸਟ ਵਿੱਚ ਸਟੋਰ ਹੋ ਗਏ। ਅਸੀਂ ਅੰਗਰੇਜ਼ੀ 'ਚ ਹੀ ਪੜ੍ਹਦੇ ਹਾਂ ਸਾਰਾ ਕੁਝ। ਪ੍ਰੋਗਰਾਮ ਵੀ ਸਾਡੇ ਅੰਗਰੇਜ਼ੀ 'ਚ ਹੀ ਹੁੰਦੇ ਆ, ਡਾਟਾ ਵੀ ਸਾਡਾ ਅੰਗਰੇਜ਼ੀ 'ਚ ਹੀ ਹੁੰਦਾ। ਪੰਜਾਬੀ 'ਚ ਕਿਉਂ ਨਹੀਂ? ਕਿਉਂ ਨਹੀਂ ਹੋਣਾ ਚਾਹੀਦਾ? ਪੰਜਾਬੀ 'ਚ ਕਿਉਂ ਨਹੀਂ ਪ੍ਰੋਸੈਸ ਕਰੇ? ਇਸ ਕਰਕੇ ਅਸੀਂ ਪੰਜਾਬੀ 'ਚ ਕਰਾਂਗੇ। ਤਾਂ ਹਿੰਦੀ 'ਚ ਵੀ ਕਰ ਸਕਦੇ ਹਾਂ, PhD ਕਰ। ਇਹਦੇ ਵਿੱਚ ਤੁਹਾਡੇ ਕੋਲ ਆ ਗਿਆ ਆ ਸਾਰੀ ਲਿਸਟ ਬਣ ਗਈ। ਇਸ ਤੋਂ ਬਾਅਦ ਵਿੱਚ ਮੈਂ ਇੱਕ ਗੱਲ ਲਿਖੀ ਹੈ ਟਾਈਪ Z। ਇਹ ਤਾਂ ਉਹੀ ਗੱਲ ਆ ਵੀ ਟਾਈਪ ਨਾਲ ਤਾਂ ਆਹ ਲਾਈਨ ਆ ਗਈ ਨਾ ਤੁਹਾਡੀ, ਤੇ ਉਹਨੇ ਦੱਸਤਾ ਮੈਨੂੰ ਕਿ ਸਟਰਿੰਗ ਹੈ। ਆਹ ਦੇਖੋ ਲਿਸਟ ਹੈ। ਇਸ ਤੋਂ ਬਾਅਦ ਵਿੱਚ ਮੈਨੂੰ ਚਾਹੀਦੇ ਆ ਰੰਗ। ਜਿੰਨੇ ਰੰਗ ਪਏ ਉਹ ਚਾਹੀਦੇ। ਉਹ ਰੰਗਾਂ ਵਾਸਤੇ ਮੈਨੂੰ ਥੋੜਾ ਜਿਹਾ ਦੇਖਣਾ ਪੈਣਾ ਕਿ ਮੇਰੇ ਰੰਗ ਸ਼ੁਰੂ ਕਿੱਥੋਂ ਹੁੰਦੇ। ਪਹਿਲਾ ਜਿਹੜਾ ਅੱਖਰ ਹੈ ਨਾ ਉਹ ਹੈਗਾ ਵਾਹਿਗੁਰੂ, ਉਹ 0 ਤੇ ਪਿਆ। ਤੁਹਾਨੂੰ ਪਤਾ ਹੀ ਯਾਦ ਹੈ ਕੱਲ ਦੀ ਗੱਲ ਕਿ ਇਹ 0 ਹੈ। ਤੇ ਇਹ ਹੈਗਾ 1 2 3 4 5 6 7 8। ਜਿਹੜਾ ਲਾਲ ਹੈ ਉਹ 8 ਤੇ। ਜੇ ਮੈਂ Z8 ਕਰੂੰਗਾ ਤਾਂ ਮੈਨੂੰ ਲਾਲ ਦਿਖਾਓ। ਹੁਣ Z ਮੈਂ ਕੀ ਕਰਦਾ, ਜਿੰਨੇ ਰੰਗ ਹੈ ਨਾ ਇਸ ਤੋਂ ਬਾਅਦ ਸਾਰੇ ਰੰਗ ਹੀ ਹੈ Z ਤੋਂ ਬਾਅਦ। ਹੁਣ ਸਾਰੇ ਗਿਣਨੇ ਪੈਣਗੇ ਕਿੰਨੇ। ਇਹ Z8 9 ਹੈ 10 ਹੈ 11 ਪਤਾ ਨਹੀਂ ਕਿੰਨੇ ਹੈ। ਤਾਂ ਮੈਨੂੰ ਸਾਰੇ ਇਕੱਠੇ ਕਰਨੇ ਪੈਣਗੇ। ਮੈਂ ਐਂ ਲਿਖ ਦਿੰਦਾ ਕਲਰ ਇਜ਼ ਇਕੁਅਲ ਟੂ Z8। ਉਸ ਤੋਂ ਬਾਅਦ ਮੈਂ ਖਾਲੀ ਛੱਡ ਦਿੰਦਾ ਕੋਲਨ ਪਾ ਕੇ ਵੀ ਇਹ ਜਿੰਨੇ ਵੀ ਹੈਗੇ ਸਾਰੇ ਉਹਦੇ ਵਿੱਚ ਹੀ ਪਾ। ਉਹਨੂੰ ਪਸੰਦ ਆ ਗਈ ਗੱਲ ਤਾਂ ਉਹਨੇ ਕਲਰ ਦੇ ਵਿੱਚ ਸਾਰੇ ਰੰਗ ਜਿਹੜੇ ਉਸ ਤੋਂ ਬਾਅਦ ਵਿੱਚ ਜਿੰਨੇ ਵੀ ਸੀਗੇ ਵਰਡਸ ਉਹ ਸਾਰੇ ਵਰਡ ਇੱਕ ਲਿਸਟ ਵਿੱਚ ਆ ਗਏ। ਤਾਂ ਫਿਰ ਮੈਂ ਦੇਖ ਲਵਾਂ ਕਿ ਜਿਹੜੀ ਟਾਈਪ ਹੈ ਕਲਰ ਦੀ, ਡਾਟਾ ਟਾਈਪ ਉਹ ਲਿਸਟ। ਠੀਕ ਹੋ ਗਿਆ। ਜੇ ਮੈਂ ਇਹਨੂੰ ਡੁਪਲੀਕੇਟ ਕਰਨਾ ਚਾਹੁੰਦਾ ਫਿਰ ਵੈਸੇ ਤਾਂ ਕਲਰ ਦੇ ਵਿੱਚ ਮੇਰੇ ਕੋਲ ਇਹੀ ਹੈ। ਜੇ ਮੈਂ ਕਹਾਂ ਕਲਰ ਪਲੱਸ ਕਲਰ
ਇਹ ਦੋ ਵਾਰੀ ਹੋ ਜਾਣਗੇ, ਠੀਕ ਹੈ ਨਾ। ਉਹ ਇੱਥੋਂ ਲਾਲ ਤੋਂ ਸ਼ੁਰੂ ਹੋਇਆ ਸੀ, ਆ ਫੇਰ ਲਾਲ ਪੀਲਾ ਦੁਬਾਰਾ ਸ਼ੁਰੂ ਹੋ ਗਿਆ। ਤੇ ਜਿੰਨੇ ਮੈਨੂੰ ਚਾਹੀਦੇ ਮੈਂ ਉਨੀ ਦੀ ਲਿਸਟ ਲੰਬੀ ਚੌੜੀ ਕਰੀ ਜਾਣਾ, ਠੀਕ ਹੈ। ਮੈਂ ਇੱਕ ਨਾਮ ਰੱਖਤਾ x = ਵੈਸੇ ਕਲਰ ਵਿੱਚ ਕਿੰਨੇ ਉਹੀ ਹੈ, ਤੇ ਜੇ ਮੈਂ ਲਿਖਾਂ x = ਕਲਰਸ ਪਲੱਸ ਕਲਰਸ, ਕਿਉਂ x ਵਿੱਚ ਡਬਲ ਹੋ ਗਏ। ਵੈਸੇ z ਵਿੱਚ ਇੱਕ ਵਾਰੀ ਹੈ, x ਵਿੱਚ ਦੋ ਵਾਰੀ ਹੈ, ਤਾਂ ਮੈਂ ਕਾਊਂਟ ਕਰਾਂ। ਪਹਿਲਾਂ ਤਾਂ ਮੈਂ ਇੱਕ ਅੱਖਰ ਲੈਣਾ ਹੈ, ਉਹਨੂੰ ਸਟੋਰ ਕਰਦਾ ਕਿਸੇ ਜਗ੍ਹਾ ਤੇ। u = z9, ਕੌਣ ਆਊਗਾ u ਦੇ ਵਿੱਚ? u ਦੇ ਵਿੱਚ ਕੌਣ ਆਇਆ? ਨੌਵਾਂ। ਨੌਵਾਂ ਕੀ ਹੈ? ਪੀਲਾ। ਜਿਹੜੀ ਸਾਡੇ ਕੋਲੇ ਕਲਰ ਲਿਸਟ ਹੈ, ਕਲਰਸ ਹੈ, ਉਹਦੇ ਚ ਪੀਲਾ ਕਿੰਨੀ ਵਾਰੀ ਹੈ? ਇੱਕ ਵਾਰੀ। ਮੈਂ ਕਾਊਂਟ ਕਰਦਾ, ਕਲਰਸ ਡਾਟ ਕਾਊਂਟ q, ਇੱਕ ਵਾਰੀ ਹੈ। ਔਰ ਮੇਰੇ ਕੋਲ ਜਿਹੜੀ ਇੱਕ ਲਿਸਟ ਹੋਰ ਬਣਾਈ ਹੈ ਮੈਂ x, ਜਿਹਦੇ ਵਿੱਚ ਦੋ ਵਾਰੀ ਹੈ ਸਾਰੇ, ਮੈਂ ਇਹਨੂੰ ਪੁੱਛਦਾ ਉਹਦੇ ਚ ਦੱਸ ਦੇ ਕਿੰਨੇ। x ਵਿੱਚ ਦੋ ਵਾਰੀ ਹੋ ਗਿਆ, ਕਿਉਂਕਿ x = ਕਲਰ ਪਲੱਸ ਕਲਰ, ਦੋ ਵਾਰੀ ਪਾਇਆ ਨਾ ਇਹਦੇ ਚ। ਆ ਦੇਖ, x = ਕਲਰ ਪਲੱਸ ਕਲਰ, x ਦੋ ਵਾਰੀ। ਤਾਂ ਜਦੋਂ ਮੈਂ ਕਾਊਂਟਿੰਗ ਕਰਨੀ ਹੈ ਏਦਾਂ ਕਾਊਂਟਿੰਗ ਕਰ ਸਕਦਾ। ਉਹ ਤੁਸੀਂ ਆਪਦੀ ਭਾਸ਼ਾ ਵਿੱਚ ਪ੍ਰੋਸੈਸਿੰਗ ਕਰਾ ਸਕਦੇ ਹੋ। ਅਜੇ ਸਾਡੇ ਜੋ ਬਹੁਤੇ ਬੱਚੇ ਜਿਹੜੇ ਪੰਜਾਬੀ ਦੇ ਵਿੱਚ ਮੋਬਾਈਲ ਫੋਨ ਤੇ ਵੀ WhatsApp ਤੇ ਪੰਜਾਬੀ ਵਿੱਚ ਨਹੀਂ ਟਾਈਪ ਕਰਨਾ ਸਿੱਖ ਗਏ, ਕੰਪਿਊਟਰ ਤੋਂ ਤਾਂ ਬੜੀ ਦੂਰ ਦੀ ਗੱਲ ਹੈ। ਇਹਨੂੰ ਲਿਖਣ ਦੀ ਆਦਤ ਪਾਓ। ਜਾਪਾਨ, ਚਾਈਨਾ ਦਾ ਨਾਮ ਵੀ ਲੈ ਲੈਂਦੇ ਆ, ਥਾਈਲੈਂਡ ਦਾ ਨਾਮ ਵੀ ਲੈ ਲੈਂਦੇ। ਇਹ ਲੋਕ ਆਪਦੀ ਭਾਸ਼ਾ ਵਿੱਚ ਕੰਮ ਕਰਦੇ, ਅੰਗਰੇਜ਼ੀ 'ਚ ਕੰਮ ਨਹੀਂ ਕਰਦੇ। ਅਸੀਂ ਵੀ ਆਪਦੀ ਭਾਸ਼ਾ 'ਚ ਕੰਮ ਕਰ ਸਕਦੇ ਹਾਂ, ਡਾਟਾ ਪ੍ਰੋਸੈਸ ਕਰਾ ਸਕਦੇ ਹਾਂ। ਆ ਤੁਹਾਡੇ ਸਾਹਮਣੇ ਹੋ ਗਿਆ। ਤੁਹਾਨੂੰ ਇਹ ਚੰਗਾ ਲੱਗਾ? ਮੈਂ ਕੁਛ ਅੱਗੇ ਚੱਲਾਂ। ਇੱਕ ਫਾਈਲ ਹੋਰ ਲੈਂਦੇ ਹਾਂ। ਫਾਈਲ ਦਾ ਨਾਮ ਹੈ ਕਹਾਣੀ। ਰੀਡ ਕਰਾ ਲਈ, ਸਪਲਿਟ ਕਰਤੀ, ਕਰੋ ਕਿੰਨੇ, ਸਪੈਰੋ ਕਿੰਨੀਆਂ, ਕਾਊਂਟ ਕਰਾ ਲਈ। ਤਾਂ ਪਹਿਲਾਂ ਸਟੋਰੀ ਤੇ ਦੇਖੀਏ ਹੈ ਕੀ ਸਾਡੀ ਕਹਾਣੀ ਕਿਹੜੀ। ਲਿਖਣ ਦਾ ਮਜ਼ਾ ਉਦੋਂ ਆਉਂਦਾ ਥੋੜੇ ਜਿਹੇ ਇੰਟਰਸਟਿੰਗ ਹੋਵੇ। ਬਹੁਤ ਸਾਲ ਹੋ ਗਏ ਕਹਾਣੀ ਨਹੀਂ ਸੁਣੀ ਤੁਸੀਂ, ਅੱਜ ਤੁਹਾਨੂੰ ਦੁਬਾਰਾ ਸੁਣਾ ਦਿੰਦਾ। ਤੁਹਾਨੂੰ ਦਿਖ ਰਹੀ ਹੈ ਕਹਾਣੀ? ਥੋੜੀ ਹੋਰ ਵੱਡੀ ਕਰ ਦਈਏ, ਸਾਈਜ਼ ਵੱਡਾ ਕਰ ਦਈਏ। ਤੁਸੀਂ ਦੇਖ ਰਹੇ ਹੋ ਇੱਕ ਸਟੋਰੀ ਮੈਂ ਪੰਜਾਬੀ ਵਿੱਚ ਟਾਈਪ ਕੀਤੀ ਹੈ। ਅਸੀਂ ਬਚਪਨ 'ਚ ਸੁਣਦੇ ਹੁੰਦੇ ਜੀ, ਉਹੀ ਸਟੋਰੀ ਹੈ। ਲੈਕਚਰ ਦੇਣ ਤੋਂ ਪਹਿਲਾਂ ਮਿਹਨਤ ਵੀ ਕਰਨੀ ਪੈਂਦੀ ਹੈ, ਬੱਚਿਆਂ ਦੇ ਹਿਸਾਬ ਨਾਲ ਕਰਨੀ ਪੈਂਦੀ ਹੈ। ਬੱਚੇ ਕਿੱਥੋਂ ਦੇ ਹੈ, ਬੱਚਿਆਂ ਦੀ ਭਾਸ਼ਾ ਕਿਹੜੀ ਪਸੰਦ ਆਊਗੀ, ਬੱਚੇ ਕਿੰਨੇ ਕੁ ਛੋਟੇ ਹੈ, ਸਭ ਕੁਝ ਦੇਖਣਾ ਪੈਂਦਾ। ਇਹ ਤੁਹਾਨੂੰ ਸਮਝ ਆ ਗਈ? ਮੈਂ ਇੱਕ ਸਟੋਰੀ ਲਿਖੀ, ਉਹ ਸਟੋਰੀ ਮੈਂ ਇਹਨੂੰ ਕਿਹਾ ਤੁਸੀਂ ਪੜ੍ਹ ਕੇ ਦੱਸੋ ਜੀ, ਰਨ ਕਰਾਉਣ। ਉਹ ਕਹਿੰਦਾ ਜੀ ਆਹ ਤਾਂ ਤੁਹਾਡੀ ਸਟੋਰੀ ਹੈ ਜੋ ਤੁਸੀਂ ਪ੍ਰਿੰਟ ਕਰ ਲਈ, ਆ ਪ੍ਰਿੰਟ ਟੈਕਸਟ ਲਿਖਿਆ,
ਉਹਨੇ ਕਿਹਾ ਦੇਖੋ ਜੀ ਆਹ ਤੁਹਾਡੀ ਸਟੋਰੀ ਜਿਹੜੀ ਤੁਸੀਂ ਲਿਖੀ ਹੈ। ਉਸ ਤੋਂ ਬਾਅਦ ਮੈਂ ਇਹਨੂੰ ਟਾਈਪ ਪੁੱਛੀ ਸੀ, ਆਹ ਟਾਈਪ ਦੱਸਤੀ। ਸਪਲਿਟ ਵਿੱਚ ਸਾਰੇ ਸਪਲਿਟ ਹੋ ਹੀ ਗਏ ਸੀ। ਜੈਡ ਵਿੱਚ ਉਵੇਂ ਹੀ ਲਿਸਟ ਹੈ, ਸਾਰੇ ਅੱਖਰਾਂ ਦੀ ਲਿਸਟ ਹੋ ਗਈ। ਹਾਂ, ਕਰੋ ਜੈਡ ਦੇ ਵਿੱਚ ਸਾਰੇ, ਤੇ Z3 ਵਿੱਚ ਕੀ ਹੈ? Z3 ਵਿੱਚ ਚਿੜੀ ਹੈ, 0 1 2 3, ਤੇ Z5 ਵਿੱਚ ਹਾਂ। ਐਗਜ਼ਾਮਪਲ ਮੈਨੂੰ ਇਸ ਕਰਕੇ ਲੈਣੀ ਪਈ ਹੈ, ਜੇ ਮੈਂ ਕੋਈ ਕੰਪਨੀ ਦਾ ਕੋਈ ਡਾਟਾ ਲੈ ਕੇ ਬਹਿ ਜਾਂਦਾ, ਫਿਰ ਉਹਦੇ ਚੋਂ ਕਹਿਣਾ ਵੀ ਇਹ ਅੰਬ ਕੇਲੇ ਹੈ ਤੇ ਵੀ ਅੱਡ ਕੱਢਣੇ ਆ, ਉਹ ਤਾਂ ਅੰਗਰੇਜ਼ੀ 'ਚ ਤਾਂ ਹੋ ਹੀ ਜਾਣਾ। ਹੁਣ ਅਸੀਂ ਦੇਖਣਾ ਚਾਹੁੰਦੇ ਕਿ ਸਾਡੀ ਭਾਸ਼ਾ ਨੂੰ ਵੀ ਸਮਝਦਾ, ਹਾਂ ਸਾਡੀ ਨੂੰ ਵੀ ਸਮਝਦਾ। ਪ੍ਰੋਸੈਸਿੰਗ ਦਾ ਮਤਲਬ ਪ੍ਰੋਸੈਸਿੰਗ ਹੈ, ਭਾਸ਼ਾ ਜਿਹੜੀ ਮਰਜ਼ੀ ਹੋਵੇ। ਤਾਂ ਮੈਂ 2 ਅੱਖਰ ਸਟੋਰ ਕਰ ਲਏ, 3 ਨੰਬਰ ਕਰੋ ਦੇ ਵਿੱਚ ਹੈ, ਵੈਸੇ ਤਾਂ ਚਿੜੀ ਹੈ। ਜਿਹੜਾ 5 ਨੰਬਰ ਹੈ ਉਹ ਕਾਂ 'ਚ ਸੀ। ਮੈਂ ਉੱਡ ਲਿਖ ਗਿਆ, ਇਹਨੂੰ ਮੈਨੂੰ ਉੱਡ ਲਿਖਣਾ ਚਾਹੀਦਾ ਸੀ। ਇਹਨੂੰ 5 ਕਰ ਦਿਆਂ, ਇਹਨੂੰ ਮੈਂ 3 ਕਰ ਦਿਆਂ, ਮੈਂ ਇਹਨੂੰ ਰਨ ਕਰ ਦੇਣਾ। ਤੇ ਸਾਰੀ ਕਹਾਣੀ ਦੇ ਵਿੱਚ ਕਾਂ ਲਫ਼ਜ਼ ਜਿਹੜਾ ਉਹ 4 ਵਾਰੀ ਆਇਆ, ਜਿਹੜੀ ਚਿੜੀ ਲਫ਼ਜ਼ ਹੈ ਉਹ 3 ਵਾਰੀ ਆਇਆ। ਦੇਖੋ ਤੁਹਾਨੂੰ ਮੈਂ ਫਾਈਲ ਪ੍ਰੋਸੈਸ ਕਰਨੀ ਸਿਖਾਈ ਹੈ। ਹੁਣ ਤੁਹਾਨੂੰ ਅੰਗਰੇਜ਼ੀ 'ਚ ਚਾਹੀਦੀ ਹੈ ਕਿ ਪੰਜਾਬੀ ਨਾਲ ਚੱਲੇਗਾ ਕੰਮ? ਮੈਡਮ ਜਵਾਬ ਲੈ ਕੇ ਦੇ ਦਿਓ ਬੱਚਿਆਂ ਨੂੰ। ਇੰਦਰਪ੍ਰੀਤ ਮੈਡਮ ਬੱਚਿਆਂ ਤੋਂ ਜਵਾਬ ਲੈ ਕੇ ਦੇ ਦਿਓ। ਹੈਲੋ, ਬੱਚਿਆਂ ਤੋਂ ਜਵਾਬ ਲੈ ਲਿਓ। ਬੱਚਿਆਂ ਨੂੰ ਐਗਜ਼ਾਮਪਲ ਕਿਹੋ ਜਿਹੀ ਠੀਕ ਹੈ ਲੱਗੀ? ਸਰ। ਬੱਚਿਆਂ ਨੂੰ ਐਗਜ਼ਾਮਪਲ ਕਿਹੋ ਜਿਹੀ ਲੱਗੀ? ਮੈਂ ਕਿਹਾ ਜਵਾਬ ਬੱਚਿਆਂ ਤੋਂ ਲੈ ਲਿਓ। ਹਾਂਜੀ ਸਰ, ਲੈ ਲਾਂਗੇ ਜਵਾਬ। ਵੈਸੇ ਪੰਜਾਬੀ 'ਚ ਗੁੱਡ ਹੈ, ਵੈਸੇ ਇਹੀ ਰਿਸਪੌਂਸ ਆ ਰਹੇ ਆ ਚੈਟ ਤੇ। ਤੁਹਾਡੇ ਸਾਹਮਣੇ ਇਹ ਫਾਈਲ ਹੈ, ਮੈਂ ਉਸੇ ਤਰ੍ਹਾਂ ਅੰਗਰੇਜ਼ੀ ਵਿੱਚ ਇਹ ਫਾਈਲ ਰੀਡ ਕਰਾਈ ਸੀ। ਉਹਦੇ ਜਿਹੜੇ ਵੇਰੀਏਬਲ ਹੈ ਉਹ ਇੱਥੇ ਐਡ ਕੀਤੇ ਹੈ ਤੇ ਟੋਟਲ ਕੱਢਦਾ। ਇਹ ਕੀ ਕਰਦਾ ਹੈ ਕਿ ਬੱਚਿਆਂ ਦਾ ਡਾਟਾ ਲੈਂਦਾ ਹੈ ਤੇ ਐਡ ਕਰਕੇ ਟੋਟਲ ਨੰਬਰ ਦੇ ਦਿੰਦਾ ਵੀ ਕਿੰਨਾ। ਇਹ CSV ਫਾਈਲ ਹੈ, ਇੱਕ ਹੋਰ ਫਾਰਮੈਟ ਹੈ। CSV ਫਾਈਲ ਦਾ ਮਤਲਬ ਹੁੰਦਾ ਕੌਮਾ ਸੈਪਰੇਟਡ ਵੈਲਿਊਜ਼। ਜਿਹੜੀਆਂ ਵੈਲਿਊਜ਼, ਮੈਂ ਇੱਕ ਐਗਜ਼ਾਮਪਲ ਦਿਖਾਉਣਾ ਤੁਹਾਨੂੰ ਕੌਮਾ ਸੈਪਰੇਟਡ ਵੈਲਿਊਜ਼ ਦੀ। ਤਿੰਨ ਦਿਨਾਂ ਦੀ ਵਰਕਸ਼ਾਪ ਵਿੱਚ ਜ਼ਿਆਦਾ ਕੰਮ ਨਹੀਂ ਕੀਤਾ ਜਾ ਸਕਦਾ। ਮੈਂ ਸਿਰਫ ਇੰਟਰਸਟਿੰਗ ਗੱਲਾਂ ਲੈ ਕੇ ਵਿੱਚ ਆਇਆ ਤਾਂ ਕਿ ਤੁਸੀਂ ਦਿੱਕਤ ਮਹਿਸੂਸ ਨਾ ਕਰੋ ਲੈਂਗੁਏਜ ਦੇ ਬਾਰੇ। ਇਹ ਕੌਮਾ ਸੈਪਰੇਟਡ ਵੈਲਿਊਜ਼ ਹੈ। ਇੱਕ ਬੱਚੇ ਦਾ ਨਾਮ ਹੈ, ਫਿਰ ਤੁਸੀਂ 60 ਨੰਬਰ ਪਾਤੇ 80 ਚੋਂ, ਤੇ ਫਿਰ ਆ 23 ਨੰਬਰ ਹੋਰ ਹੈ। ਇਸੇ ਤਰ੍ਹਾਂ ਇਹ ਅਮਨ ਹੈ, ਇਹ ਡਾਟਾ ਹੋਗਾ ਤੁਹਾਡਾ। CSV ਫਾਈਲ ਹੈ, ਇਹਨੂੰ ਕਹਿੰਦੇ ਕੌਮਾ ਸੈਪਰੇਟਡ ਫਾਈਲ ਵੈਲਿਊਜ਼, ਕੌਮਾ ਸੈਪਰੇਟਡ ਵੈਲਿਊਜ਼। ਮੈਂ ਓਪਨ ਕਰਦਾ ਤੁਹਾਡੇ ਵਾਸਤੇ ਫਾਈਲ। ਇੱਥੇ ਇੱਕ CSV ਫਾਈਲ ਹੈ ਰਿਜ਼ਲਟ ਨਾਮ ਦੀ।
थोड़ा जिहा वड्डा काम है ਇਹਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕੀਤਾ ਕੀ ਹੈ result.csv ਫਾਈਲ ਆਪ ਇਹਨੂੰ ਓਪਨ ਕਰਦਾ ਮੈਂ ਨੋਟਪੈਡ 'ਚ ਵੀ ਕਰ ਸਕਦਾ ਕੁਝ ਬੱਚੇ ਹੈ ਉਹਨਾਂ ਦੇ ਨਾਮ ਹੈ ਉਹਨਾਂ ਦੇ ਨੰਬਰ ਹੈ ਕੌਮਾ ਸੈਪਰੇਟਡ ਵੈਲਿਊਜ਼ ਦੇ ਵਿੱਚ ਇਹ ਫਾਈਲ ਦਾ ਨਾਮ result.csv ਜਿਵੇਂ ਅਸੀਂ txt ਫਾਈਲ ਰੀਡ ਕਰਾਈ ਸੀ ਉਵੇਂ ਅਸੀਂ ਇੱਥੇ csv ਫਾਈਲ ਰੀਡ ਕਰਾ ਇਹ ਆਮ ਹੀ ਹੁੰਦਾ ਕਾਲਜਸ ਦੇ ਵਿੱਚ ਕਿ ਡਾਟਾ ਬੱਚਿਆਂ ਦਾ ਇਦਾਂ ਇਕੱਠਾ ਕੀਤਾ ਜਾਂਦਾ ਰੀਡ ਕਰਾਉਣਾ ਉਵੇਂ ਜਿਵੇਂ ਤੁਸੀਂ txt ਰੀਡ ਕਰਾਈ ਹੈ ਵਿਦ ਕੋਡੈਕਸ ਉਦੋਂ ਲਿਖਣਾ ਪੈਂਦਾ ਜਦੋਂ ਇਹ ਦੂਸਰੀ ਭਾਸ਼ਾ ਦੇ ਵਿੱਚ ਹੋਣ ਜਿਹੜੀ ਯੂਨੀਕੋਡ ਭਾਸ਼ਾ ਕਹਿੰਦੇ ਰੀਡ ਮੋਡ ਦੇ ਵਿੱਚ ਓਪਨ ਕੀਤਾ ਹੈ ਫਾਈਲ ਦਾ ਨਾਮ ਰੱਖਤਾ csv ਰੀਡਰ csv ਫਾਈਲ ਹੈ ਉਹਦਾ ਨਾਮ ਤਾਂ ਮੈਂ ਰੀਡਰ ਹੈਂਡਲਰ ਬਣਾਇਆ ਉਹਦੇ 'ਚ ਮੈਂ ਫਾਈਲ ਨੂੰ ਰੀਡ ਕਰਾ ਲਿਆ ਡਿਲਿਮਿਟਰ ਮੇਰੇ ਕੀ ਹੈ ਕੌਮਾ ਦੇ ਨਾਲ ਸੈਪਰੇਟਡ ਹੈ ਜੇ ਮੈਂ ਇੱਥੇ ਕੋਈ ਹੋਰ ਚੀਜ਼ ਪਾਈ ਹੁੰਦੀ ਤਾਂ ਮੈਂ ਇੱਥੇ ਉਹ ਲਿਖ ਦੇਣੀ ਹੈ ਕਿ ਕੌਮੇ ਦੀ ਜਗ੍ਹਾ ਤੇ ਕੋਈ ਹੋਰ ਚੀਜ਼ ਹੈ ਜਿਹੜੀ ਸੈਪਰੇਟ ਕਰਦੀ ਹੈ ਇੱਕ ਵੈਲਿਊ ਨੂੰ ਦੂਸਰੀ ਵੈਲਿਊ ਮੈਂ ਰੀਡ ਕਰਾ ਰਿਹਾ ਨੇਮਸ of dot append line 0 ਤਾਂ ਸਾਨੂੰ ਪਤਾ ਹੈ ਕਿ 0 'ਚ ਕੀ ਹੈ 0 'ਚ ਨੇਮ ਹੈ ਜ਼ੀਰੋ ਵਿੱਚ ਨੇਮ ਹੈ ਪਹਿਲਾ ਨੇਮ 0 ਵਿੱਚ ਸਮਾਂ दूसरा नेम अमन इस तरह ये सारे नाम ਜਿਹੜੇ ਆ ਉਹ ਨੇਮ ਦੇ ਵਿੱਚ ਸੇਵ ਹੋ ਰਹੇ ਆ ਲਾਈਨ ਜਿਹੜੀ ਹੈ ਇਹ ਅਪੈਂਡ ਕਰੀ ਜਾਂਦੀ ਹੈ ਲਿਸਟ ਦੇ ਵਿੱਚ ਕੱਲਾ ਕੱਲਾ ਪੜ੍ਹ ਕੇ ਸੇਵ ਕਰੀ ਜਾਂਦੀ ਹੈ ਇਸ ਲਾਈਨ ਦੇ ਵਿੱਚ ਟੋਟਲ ਕੱਢਿਆ ਟੋਟਲ ਕਿਵੇਂ ਕੱਢਣਾ ਹੈ ਲਾਈਨ 1 ਵਿੱਚ ਕੀ ਹੈ ਲਾਈਨ ਦੇ ਵਿੱਚ 45 ਹੈ 45 ਕਿਹਦੇ ਨੰਬਰ ਹੈ ਸੁਜਾਤਾ ਵੇ ਕਿਉਂਕਿ ਉਸ ਵੇਲੇ ਲਾਸਟ ਮੇਰੇ ਕੋਲੇ ਆ ਰਿਹਾ ਬਾਕੀ ਮੈਂ ਪੜ੍ਹ ਚੁੱਕਿਆ ਤਾਂ ਮੈਨੂੰ ਉਹੀ ਦਿਖਾਊਗਾ ਜਿਹੜਾ ਲਾਸਟ 'ਚ ਪਿਆ ਉਹਦੇ ਵਿੱਚ 19 ਇਸ ਤਰ੍ਹਾਂ ਤੁਹਾਡੇ ਕੋਲੇ ਸਾਰੀਆਂ ਜਿਹੜੀਆਂ ਵੈਲਿਊਜ਼ ਹੈ ਉਹ ਲਾਈਨਸ ਦੇ ਵਿੱਚ ਲਾਈਨ ਵਾਲੀਆਂ ਵੈਲਿਊਜ਼ ਸੇਵ ਹੋ ਜਾਣਗੀਆਂ ਤੇ ਨੇਮਸ ਵਿੱਚ ਨੇਮਸ ਸੇਵ ਹੋ ਜਾਂਦੇ ਆ ਤੇ ਇੱਕ ਕੋਡ ਦੇ ਵਿੱਚ ਹੋਰ ਲਾਈਨ ਸੀ ਤੁਹਾਡੇ ਕੋਲੇ ਟੋਟਲਸ ਟੋਟਲ ਦੇ ਵਿੱਚ ਟੋਟਲ ਸੇਵ ਹੋ ਰਿਹਾ ਦੇਖੋ ਪਹਿਲੇ ਬੱਚੇ ਦੇ 45 ਤੇ 19 ਪਹਿਲਾਂ ਸੀ ਸ਼ਮਾ ਤੋਂ ਦੇਖਿਆ 60 ਤੇ 23 83 55 ਤੇ 26 ਆ ਤੁਹਾਡੇ ਕੋਲੇ 83 ਮਾਰਕਸ ਆ ਗਏ ਪਹਿਲੇ ਕੈਂਡੀਡੇਟ ਦੇ ਫਿਰ ਦੂਸਰੇ ਦੇ ਟੋਟਲ ਹੋ ਗਏ ਫਿਰ ਤੀਸਰੇ ਟੋਟਲ ਇੱਥੇ ਟੋਟਲ ਹੋ ਰਿਹਾ ਹੈ ਇਸ ਲਾਈਨ ਦੇ ਵਿੱਚ ਸੈਕੰਡ ਕਾਲਮ ਥਰਡ ਕਾਲਮ ਕਿਉਂਕਿ ਸਟ੍ਰਿੰਗ ਦੇ ਵਿੱਚ ਹੈ ਇਹਨਾਂ ਨੂੰ ਇੰਟੀਜਰ ਬਣਾਉਣਾ ਆ ਦੇਖੋ ਸਟ੍ਰਿੰਗ ਦੇ ਵਿੱਚ ਦਿਖਦਾ ਪਿਆ
ਸੁਜਾਤਾ ਦਾ ਪਹਿਲਾਂ ਹੀ ਸਟ੍ਰਿੰਗ 'ਚ ਹੈ, ਜਿਹੜਾ 45 ਹੈ ਉਹ ਵੀ ਕੌਮੇ 'ਚ ਆ ਗਿਆ, ਇਹਦਾ ਮਤਲਬ ਵੀ ਸਟ੍ਰਿੰਗ ਬਣ ਗਈ। ਜਿਹੜਾ 19 ਹੈ ਇਹ ਵੀ ਕੌਮੇ 'ਚ ਆ ਗਿਆ, ਇਹਦਾ ਮਤਲਬ ਸਟ੍ਰਿੰਗ ਬਣ ਗਈ। ਸਟ੍ਰਿੰਗ ਨੂੰ ਕਨਵਰਟ ਕਰਨਾ ਪੈਣਾ ਇੰਟੀਜਰ ਦੇ ਵਿੱਚ, ਆ ਇੰਟੀਜਰ ਬਣ ਗਿਆ। ਇਸੇ ਤਰ੍ਹਾਂ ਆ ਇੰਟੀਜਰ ਬਣ ਗਿਆ, ਇੰਟੀਜਰ ਇੰਟੀਜਰ ਜੋੜ ਦਿਆਂਗੇ ਤਾਂ ਟੋਟਲ ਵਿੱਚ ਇੰਟੀਜਰ ਬਣ ਜਾਊਗਾ। ਤਾਂ ਆ ਟੋਟਲ ਦੇ ਵਿੱਚ ਅਪੈਂਡ ਕਰਤਾ ਮੁੜ ਕੇ ਟੋਟਲ ਨੂੰ, ਤੁਹਾਡੇ ਕੋਲ ਤਿੰਨ ਚੀਜ਼ਾਂ ਹੋ ਗਈਆਂ। 0 ਦਾ ਮਤਲਬ ਨੇਮ ਹੈ, ਇੱਥੇ ਤੁਹਾਡੇ ਉਹਦਾ ਪਹਿਲੇ ਸਬਜੈਕਟ ਦਾ ਨੰਬਰ ਹੈ, ਇੱਥੇ ਦੂਜੇ ਸਬਜੈਕਟ ਦਾ ਨੰਬਰ ਹੈ, ਇੱਥੇ ਤੁਹਾਡੀ ਟੋਟਲ ਆ ਗਿਆ। ਮੈਂ ਇਹਨੂੰ ਰਨ ਕਰਦਾ, ਤੁਹਾਡੇ ਸਾਹਮਣੇ ਆਊਟਪੁੱਟ ਆਇਆ। ਆ ਤੁਹਾਡੇ ਕੋਲ ਆਊਟਪੁੱਟ ਆ ਗਿਆ, ਠੀਕ ਹੈ। ਨੇਮ, ਮਾਰਕਸ ਇਨ ਫਸਟ ਸਬਜੈਕਟ, ਮਾਰਕਸ ਇਨ ਸੈਕੰਡ ਸਬਜੈਕਟ, ਟੋਟਲ ਮਾਰਕ, ਇਹਨੇ ਪ੍ਰੋਸੈਸਿੰਗ ਕਰ ਦਿੱਤੀ। ਤੁਹਾਡੇ ਨਾਮ ਜਿਵੇਂ ਹੈਗੇ ਉਵੇਂ ਆ ਗਏ। ਇਸ ਤੋਂ ਬਾਅਦ ਵਿੱਚ ਇੱਕ ਨਵੀਂ ਚੀਜ਼ ਜੋੜੀ ਹੈ, ਜਿਹੜੀ ਉਹ ਇਹ ਜੋੜੀ ਹੈ ਕਿ ਤੁਹਾਨੂੰ ਇੱਕ ਗ੍ਰਾਫ ਬਣਾ ਕੇ ਦਿਖਾਉਣਾ ਹੈ ਕਿ ਜਿਹੜੇ ਬੱਚੇ ਹੈ ਉਹਨਾਂ ਨੇ ਕਿਵੇਂ ਪਰਫਾਰਮ ਕੀਤਾ। ਨੰਬਰਾਂ ਦੇ ਟੋਟਲ ਮੁਤਾਬਕ ਇਹ ਪੰਜਾਬੀ ਗ੍ਰਾਫ ਵਿੱਚ ਹਜੇ ਲਿਖਣ ਨਹੀਂ ਲੱਗਿਆ, ਇਹਦੇ ਵਾਸਤੇ ਕੋਈ ਕੋਡ ਬਣਾਉਣਾ ਪਊਗਾ ਕਿ ਉਹ ਪੰਜਾਬੀ ਵੀ ਲਿਖਣ ਲੱਗ ਜੇ। ਇੱਥੇ ਸ਼ਮਾ ਆ ਜੇ, ਇੱਥੇ ਅਮਨ ਆ ਜੇ, ਇੱਥੇ ਸਭ ਦੇ ਨਾਮ ਆ ਜਾਣ। ਇੱਥੇ ਤੁਹਾਨੂੰ ਮਾਰਕਸ ਦਿਖ ਰਹੇ ਆ, ਆ 83 ਸੀ ਤਾਂ 83 ਦੇ ਨੇੜੇ ਪਹੁੰਚ ਗਏ। ਇੱਥੇ ਰਿਜ਼ਲਟ ਲਿਖਿਆ ਹੈ, ਆ ਰਿਜ਼ਲਟਸ ਲਿਖਿਆ ਹੈ, ਇੱਥੇ ਰਿਜ਼ਲਟ ਲਿਖਿਆ ਹੋਇਆ ਆ ਰਿਹਾ। ਜੇ ਉੱਥੇ ਮਾਰਕਸ ਲਿਖਿਆ ਹੈ ਐਕਸ ਵਾਲੇ ਪਾਸੇ, ਉੱਥੇ ਮਾਰਕਸ ਲਿਖਿਆ ਹੋਇਆ ਆ ਰਿਹਾ। ਇਹ 45 ਦਾ ਮਤਲਬ ਜਿਹੜਾ ਨਾਮ ਲਿਖਿਆ ਹੈ ਨਾ, ਇਹ 45 ਡਿਗਰੀ ਦੇ ਟੇਢਾ ਨਾਮ ਲਿਖਿਆ। ਸਿੱਧੇ ਲਿਖਾਂਗੇ ਕਿ ਤਾਂ ਇੱਕ ਦੂਜੇ ਦੇ ਵਿੱਚ ਵੱਜੀ ਜਾਣਗੇ ਨਾਮ। ਜਿਹੜੀਆਂ ਦੋ ਚੀਜ਼ਾਂ ਅਸੀਂ ਐਡ ਕੀਤੀਆਂ ਉਹ ਸਾਡੇ ਕੋਲ ਹੈਗਾ, ਇੱਕ ਨੇਮ ਹੈ ਤੇ ਇੱਕ ਸਾਡੇ ਕੋਲੇ ਟੋਟਲ ਆਫ ਦਾ ਮਾਰਕਸ। ਆ ਬਾਹਰ ਸਾਡੇ ਕੋਲ ਚਾਰਟ ਬਣ ਗਿਆ ਆ ਨੇਮ ਦੇ ਹਿਸਾਬ ਨਾਲ। ਇੱਥੇ ਨੇਮ ਮੈਂ ਕੱਟਦਾ ਐਕਸ ਲੈਵਲ, ਐਕਸ ਲੈਵਲ 'ਚ ਮੈਂ ਲਵਾਂਗਾ ਇਹ ਗ੍ਰਾਫ ਬਣ ਗਿਆ। ਇੱਥੇ ਨੇਮਸ ਹੈ, ਇੱਥੇ ਤੁਹਾਡੇ ਮਾਰਕਸ ਹੈ। ਆ ਟੋਟਲ ਦੀ ਲੈਂਥ ਹੈ ਵੀ ਜਿੰਨੇ ਹੈਗੇ ਆ ਉਹ ਬੱਚੇ ਉਨੇ ਹੀ ਤੁਹਾਨੂੰ ਦਿਖਾ ਦੂਗਾ ਕਿ ਤੁਹਾਡੇ ਕੋਲ ਗ੍ਰਾਫ ਬਣ ਜੂਗਾ। ਹੁਣ ਤੁਸੀਂ ਹੈਲਪ ਕਰਨੀ ਹੈ ਆਪਦੀ ਟੀਚਰ ਮੈਡਮ ਦੀ, ਇਸ ਡਾਟਾ ਅਸੀਂ ਪ੍ਰੋਸੈਸ ਕਰ ਦਾਂਗੇ। ਇਹ ਐਗਜ਼ਾਮਪਲ ਸੀ, ਤੁਹਾਡੇ ਕੋਲ ਪੰਜਾਬੀ 'ਚ ਕੀਤੀ ਹੈ, ਇੰਗਲਿਸ਼ ਵਿੱਚ ਤੁਸੀਂ ਕਰ ਹੀ ਲਓਗੇ ਕਿ ਇੰਟੀਜਰ ਕਰ ਦਿਓਗੇ। ਪਹਿਲੀ ਆਈਟਮ, ਦੂਜੀ ਆਈਟਮ, ਤੀਜੀ ਆਈਟਮ, ਉਹ ਟੋਟਲ ਬਣ ਜੂਗਾ। ਪ੍ਰਿੰਟ ਕਰਨ ਲੱਗੇ ਸਾਰੀਆਂ ਆਈਟਮਾਂ ਦੇ ਨਾਮ ਦੇ ਦਿਓਗੇ, ਉਹਦੇ ਐਂਡ ਤੇ ਟੋਟਲ ਪ੍ਰਿੰਟ ਕਰ ਦਿਓਗੇ ਤਾਂ ਤੁਹਾਡੇ ਕੋਲ ਆਊਟਪੁੱਟ ਆ ਜਾਊਗਾ। ਕੁਝ ਹੋਰ ਛੋਟੇ ਛੋਟੇ ਪ੍ਰੋਗਰਾਮਸ ਨੇ, ਜਿਵੇਂ ਕਾਊਂਟ ਦਾ ਨੰਬਰ ਆਫ ਡਿਜਿਟਸ ਇਨ ਅ ਨੰਬਰ ਯੂਜ਼ਿੰਗ ਫੰਕਸ਼ਨ। ਇਹਦਾ ਫੰਕਸ਼ਨ ਬਣ ਜਾਂਦਾ ਹੈ ਕਿਸੇ ਪ੍ਰੋਗਰਾਮ ਦਾ, ਕਿ ਫੰਕਸ਼ਨ ਬਣਾ ਕੇ ਤੁਸੀਂ ਉਹ ਕੰਮ ਕਰਾ ਸਕਦੇ ਹੋ। ਫੰਕਸ਼ਨ ਨੂੰ ਕਾਲ ਹੀ ਕਰਨਾ ਹੈ। ਇੱਕ ਕਾਊਂਟਿੰਗ ਫੰਕਸ਼ਨ ਬਣਾਇਆ, ਡਿਫਾਈਨ ਕਾਊਂਟਿੰਗ, ਇਨਪੁਟ ਕੀ ਦੇਣੀ, ਪੈਰਾਮੀਟਰ ਨੰਬਰ। ਕਾਊਂਟ 0 ਲੈ ਲਿਆ, ਜਿੰਨਾ ਚਿਰ ਨੰਬਰ 0 ਤੋਂ ਵੱਡਾ ਹੈ ਉਹਨਾਂ ਚਿਰ ਨੰਬਰ ਨੂੰ ਫਲੋਰ ਡਿਵੀਜ਼ਨ ਨਾ ਕਰੀ ਚੱਲੋ ਤੇ ਕਾਊਂਟ ਇੱਕ ਵਧਾਈ ਚੱਲੋ ਤੇ ਚੱਲਣ ਦਿਓ। ਇਹ ਤੁਹਾਨੂੰ ਕਾਊਂਟ ਕਰਕੇ ਦੇ ਦੂਗਾ ਕਿ ਕਿੰਨੇ ਡਿਜਿਟ ਹੈ ਤੁਹਾਡੇ। 2 ਡਿਜਿਟ ਨੰਬਰ ਹੈ 25 ਹੈ, 315 ਤੇ 3 ਡਿਜਿਟ ਨੰਬਰ ਹੋ ਜਾਊਗਾ। ਇਹ ਉਹਦਾ ਫੰਕਸ਼ਨ। ਬੱਚੇ ਨੇ ਕੁਝ ਪੁੱਛਿਆ? ਉੱਧਰ ਵੀ ਹੈਗੀ ਨਾ ਆਪਣੇ ਗਿਆਨ ਦੇ ਵਿੱਚ ਵੀ ਹੈ। ਤੁਸੀਂ ਇੱਧਰ ਹੀ ਦੇਖ ਲਓ, ਆ ਸੰਪਤ ਨੇ ਮੈਨੂੰ ਕਿਹਾ ਦੱਸਿਆ ਵੀ ਇੱਧਰ ਠੀਕ ਹੈ, ਇੱਧਰਲੀ ਸਾਈਡ ਨਾਲ। ਕਿਸੇ ਬੱਚੇ ਦੀ ਆਵਾਜ਼, ਕੋਈ ਕੁਐਸਚਨ ਪੁੱਛ ਰਹੇ ਕਿ ਵੈਸੇ ਗੱਲ ਕਰ ਰਹੇ ਹੋ? ਨਹੀਂ ਸਰ, ਵੈਸੇ ਨੇ ਅਨਮਿਊਟ ਕਰ ਲਿਆ ਸੀ ਆਪਦੇ ਆਪ ਨੂੰ। ਓਕੇ। ਹੋਰ ਪ੍ਰੋਗਰਾਮ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ।
छोटा प्रोग्राम ਤੁਸੀਂ C ਵਿੱਚ ਵੀ ਬਣਾਉਂਦੇ ਰਹੇ ਹੋ ਕੋਈ ਨੰਬਰ ਲੈ ਲਓ ਉਹਦਾ ਰਿਵਰਸ ਕਰਨਾ 123 ਨੰਬਰ ਮੈਂ ਇਨਪੁਟ ਕੀਤਾ ਸੀ ਉਹਦਾ ਜਵਾਬ 321 ਆ ਗਿਆ ਇੱਥੋਂ ਸ਼ੁਰੂ ਹੁੰਦਾ ਪ੍ਰੋਗਰਾਮ ਨੰਬਰ ਇਜ਼ ਇਕੁਅਲ ਟੂ ਇੰਟੀਜਰ ਇਨਪੁਟ ਪਲੀਜ਼ ਐਂਟਰ ਐਨੀ ਨੰਬਰ ਤਾਂ ਨੰਬਰ ਅਸੀਂ ਐਂਟਰ ਕਰਤਾ 130 ਰਿਵਰਸ ਦੇ ਵਿੱਚ ਸਟੋਰ ਕਰਨਾ ਹੈ ਰਿਵਰਸ ਫੰਕਸ਼ਨ ਕਾਲ ਕੀਤਾ ਹੈ ਰਿਵਰਸ ਇੰਟੀਜਰ ਆ ਉਹਦਾ ਨਾਮ ਪਿਆ ਇੱਥੇ ਰਿਵਰਸ ਇੰਟੀਜਰ ਉਹਨੂੰ ਭੇਜਣਾ ਕੀ ਹੈ ਨੰਬਰ ਰਿਵਰਸ ਇੰਟੀਜਰ ਫੰਕਸ਼ਨ ਦਾ ਨਾਮ ਹੈ ਨੰਬਰ ਇੱਥੇ ਪਾਸ ਹੋ ਗਿਆ ਵੇਰੀਏਬਲ ਉਸ ਤੋਂ ਬਾਅਦ ਫੰਕਸ਼ਨ ਦੇ ਵਿੱਚ ਮੈਂ ਇੱਕ ਗਲੋਬਲ ਰਿਵਰਸ ਵੇਰੀਏਬਲ ਕ੍ਰੀਏਟ ਕੀਤਾ ਹੈ ਇਫ ਨੰਬਰ ਇਜ਼ ਗ੍ਰੇਟਰ ਦੈਨ 0 ਤੇ ਰਿਮਾਈਂਡਰ 10 ਨਾਲ ਡਿਵਾਈਡ ਹੋ ਜਾਊਗਾ ਨੰਬਰ ਨੂੰ 10 ਨਾਲ ਡਿਵਾਈਡ ਕਰੋਗੇ 3 ਆ ਜਾਊਗਾ ਤੁਹਾਡੇ ਕੋਲ ਤਾਂ 3 ਅਗਲੀ ਵਾਰੀ 3 ਨੂੰ 10 ਨਾਲ ਗੁਣਾ ਕਰਕੇ ਉਹ 'ਚ ਰਿਮਾਈਂਡਰ ਐਡ ਕਰੀ ਜਾਣਾ ਪਹਿਲੀ ਵਾਰੀ ਰਿਮਾਈਂਡਰ ਤੁਹਾਡੇ ਕੋਲੇ ਰਿਵਰਸ ਜਿਹੜਾ ਉਹ 0 ਹੈ ਇਸ 0 ਨੂੰ 10 ਨਾਲ ਗੁਣਾ ਕਰੋਗੇ ਤਾਂ 0 ਆ ਜਾਊਗਾ ਉਹਦੇ 'ਚ 3 ਜੋੜ ਦਿਓਗੇ ਤਾਂ 3 ਬਣ ਗਿਆ ਅਗਲੀ ਵਾਰੀ 123 ਜਿਹੜਾ ਨੰਬਰ ਸੀ ਉਹਨੂੰ 10 ਨਾਲ ਫਲੋਰ ਡਿਵੀਜ਼ਨ ਕੀਤਾ ਹੈ ਜੇ ਤੁਸੀਂ ਇਕੱਲਾ ਡਿਵੀਜ਼ਨ ਕਰੋਗੇ ਤਾਂ ਉਹਦਾ ਜਵਾਬ ਆ ਜਾਣਾ 12 ਜੇ ਫਲੋਰ ਡਿਵੀਜ਼ਨ ਕਰੋਗੇ ਤਾਂ ਉਹਦਾ ਜਵਾਬ ਆ ਜਾਣਾ ਇਕੱਲਾ ਡਿਵੀਜ਼ਨ ਕਰੋਗੇ 12/3 ਆ ਜਾਊਗਾ ਜਦੋਂ ਫਲੋਰ ਡਿਵੀਜ਼ਨ ਕਰੋਗੇ ਤਾਂ 12 ਆ ਜਾਣਾ ਜਵਾਬ ਤਾਂ ਇੱਥੇ 12 ਆ ਜਾਊਗਾ ਤੇ ਇਹ ਵਾਪਸ ਚਲਾ ਜਾਂਦਾ ਫੰਕਸ਼ਨ ਕੋਲੇ ਉਹਨੂੰ ਕਹਿੰਦਾ 12 ਆ ਗਿਆ 12 ਇਜ਼ ਸਟਿਲ ਗ੍ਰੇਟਰ ਦੈਨ 0 ਤਾਂ 12 ਨੂੰ 10 ਨਾਲ ਡਿਵਾਈਡ ਕਰਦਾ ਤੇ ਰਿਮਾਈਂਡਰ ਲੈ ਲੈਂਦਾ 2 ਇੱਥੇ ਤੁਹਾਡੇ ਕੋਲੇ ਸੀਗਾ ਰਿਵਰਸ 3 into 10 30 plus 2 32 ਤੁਹਾਡੇ ਕੋਲੇ 12 ਸੀਗਾ 12 ਦੀ ਫਲੋਰ ਡਿਵੀਜ਼ਨ ਕੀਤੀ 1 ਆ ਗਿਆ 1 ਇੱਥੇ ਫੇਰ ਹਜੇ 0 ਤੋਂ ਵੱਡਾ ਹੈ ਤਾਂ ਉਹ 1 ਨੂੰ 10 ਨਾਲ ਡਿਵਾਈਡ ਕਰੋ ਫਿਰ 1 ਬਚ ਜੂਗਾ ਰਿਮਾਈਂਡਰ ਐਤਕੀ ਜਿਹੜਾ 32 ਸੀ ਉਹਨੂੰ 10 ਨਾਲ ਗੁਣਾ ਕਰ ਦੇਣਾ ਉਹਦੇ 'ਚ ਰਿਮਾਈਂਡਰ 1 ਜੋੜ ਦੇਣਾ ਤੇ ਤੁਹਾਡੇ ਕੋਲੇ 321 ਬਣ ਗਿਆ ਇਸ ਤੋਂ ਬਾਅਦ ਇਹਦਾ ਕੁਝ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਨੰਬਰ 0 ਤੋਂ ਛੋਟਾ ਹੋ ਗਿਆ ਇਹ ਆਊਟਪੁੱਟ ਤੁਹਾਡੇ ਕੋਲ ਹੈ ਮੇਰੇ ਖਿਆਲ ਤੁਹਾਨੂੰ ਰਿਵਰਸ ਨੰਬਰ ਕਰਨਾ ਆ ਗਿਆ ਪ੍ਰੋਗਰਾਮ ਬਹੁਤ ਹੈ ਮੇਰੇ ਕੋਲ ਇਹ ਪ੍ਰੋਗਰਾਮ ਤੁਸੀਂ ਫੰਕਸ਼ਨ ਬਣਾ ਕੇ ਕੀਤਾ ਇਫ ਨਾਲ ਇਹੀ ਪ੍ਰੋਗਰਾਮ ਤੁਸੀਂ ਵਾਈਲ ਨਾਲ ਕਰਨਾ ਚਾਹੁੰਦੇ ਹੋ ਤਾਂ ਵਾਈਲ ਨਾਲ ਵੀ ਹੋ ਜਾਂਦਾ ਆਹ ਤਿੰਨ ਜਿਹੜੀਆਂ ਲਾਈਨਾਂ ਇਹਦੇ 'ਚ ਤਾਂ ਉਹੀ ਕੰਮ ਹੋਣਾ ਨਾ ਰਿਟਰਨ ਵਾਲਾ ਵੀ ਰਿਟਰਨ 'ਚ ਜਾਣਾ ਹੈ ਇੱਥੇ ਇਫ ਦੀ ਜਗ੍ਹਾ ਦੇ ਉੱਤੇ ਇਹ ਵਾਈਲ ਦੇ ਨਾਲ ਪ੍ਰੋਗਰਾਮ ਬਣਾ ਦਿੰਦਾ ਬਾਕੀ ਕੰਮ ਤਾਂ ਸੇਮ ਹੀ ਐਲਗੋਰਿਦਮ ਸਾਡਾ ਇਹੀ ਕਹਿੰਦਾ ਕਿ ਪਹਿਲਾਂ ਤੁਸੀਂ ਡਿਵਾਈਡ ਕਰ ਲਓ ਰਿਮਾਈਂਡਰ ਕੱਢ ਲਓ ਅਗਲੀ ਵਾਰੀ ਤੁਸੀਂ ਰਿਮਾਈਂਡਰ 10 ਨਾਲ ਗੁਣਾ ਕਰਕੇ ਨੰਬਰ ਬਣਾ ਲਓ ਤੀਸਰੀ ਵਾਰੀ ਤੁਸੀਂ ਫਲੋਰ ਡਿਵੀਜ਼ਨ ਕਰ ਦਿਓ ਨੰਬਰ ਦੀ ਇਸ ਪ੍ਰੋਗਰਾਮ ਦੀ ਕੋਈ ਸ਼ੰਕਾ ਹੈ ਤਾਂ ਦੱਸੋ ਇਹੀ ਪ੍ਰੋਗਰਾਮ ਬਿਨਾਂ ਫੰਕਸ਼ਨ ਬਣਾਏ ਵੀ ਕੀਤਾ ਜਾ ਸਕਦਾ ਕਿਉਂਕਿ ਬਹੁਤ ਬੱਚੇ ਘਬਰਾਉਂਦੇ ਹੁੰਦੇ ਆ ਫੰਕਸ਼ਨ ਬਣਾਉਣਾ ਪਊਗਾ ਇਹ ਸਾਡੇ ਤੋਂ ਹੈਂਡਲ ਨਹੀਂ ਹੁੰਦਾ ਤਾਂ ਬਿਨਾਂ ਫੰਕਸ਼ਨ ਦੇ ਵੀ ਪ੍ਰੋਗਰਾਮ ਹੈ ਇਹ ਜੀ ਤੁਸੀਂ ਜਿਹੜਾ ਨੰਬਰ ਹੈ ਪਹਿਲਾਂ ਲੈ ਲਿਆ ਵਾਈਲ ਦੇ ਵਿੱਚ ਤੁਸੀਂ ਉਹ ਕੰਡੀਸ਼ਨ ਲਾ ਕੇ ਬਾਕੀ ਸਾਰਾ ਕੰਮ ਕਰਾਤਾ ਜਦੋਂ ਰਨ ਕਰੋਗੇ ਇਹ ਤੁਹਾਡੇ ਤੋਂ ਨੰਬਰ ਲੈ ਲਓ ਇਹ ਆਮ ਜੀ ਐਕਸਰਸਾਈਜ਼ ਹੈ ਜਿਹੜੀ C ਦੇ ਵਿੱਚ C++ ਵਿੱਚ ਸਭ ਕਰਦੇ
count the digits of a number. ਹੈਲੋ ਇੱਕ ਸੂਟ ਜਿਹੇ ਨਹੀਂ ਹੈਗੇ ਦੋ ਜਿੱਥੇ ਆਪਾਂ ਲਾਉਣੇ ਆ ਉਹ ਲੈ ਲਓ Count the number. Count the number of digits. ਤਿੰਨ ਸੀਗੇ ਉਹਨੇ ਤਿੰਨ ਦੱਸ ਦਿੱਤੇ ਤੁਹਾਨੂੰ। ਇਹੀ ਪ੍ਰੋਗਰਾਮ ਤੁਸੀਂ ਵਾਈਲ ਦੇ ਨਾਲ ਕਰਨਾ ਚਾਹੁੰਦੇ ਹੋ। ਫੰਕਸ਼ਨ ਬਣਾ ਕੇ ਵਾਈਲ ਦੇ ਵਿੱਚ ਕੀਤਾ ਹੈ। ਦੋ ਡਿਜਿਟ ਹੈਗੇ ਉਹਨੇ ਕਾਊਂਟ ਕਰਕੇ ਦੱਸ ਦਿੰਦੇ ਕਿ ਦੋ ਡਿਜਿਟ। बड़ा सिंपल है, थोड़ी प्रैक्टिस करनी पैंती है, ਤੁਹਾਨੂੰ सब कुछ क्लियर हो जाता। कंपाइलेशन ਦੇ एरर नहीं आਉਂਦੇ। ਇਹ क्वेश्चन भी बहुत ਕੀਤਾ ਜਾਂਦਾ लीप ईयर वाला। मैथ्स वालिਆਂ ਦੇ ਇੰਟਰਸਟ ਦੀ ਗੱਲ ਹੈ। ਕਿਊਬਰਡ ਜਿਹੜਾ ਹੁੰਦਾ ਹੈ ਉਹਦਾ ਵੋਲਿਊਮ ਕੱਢਦੇ ਆ। निशाने वैल्यूज देनी पैनी है। फंक्शन बना के किया है। इसे वॉल्यूम कढ़ता। पहला सरफेस एरिया, फिर वॉल्यूम, गड़बड़।
ਤੁਹਾਡੇ ਕੋਲ ਇਹ ਵੋਲਿਊਮ ਆ ਗਿਆ, ਸਰਫੇਸ ਏਰੀਆ ਤੇ ਵੋਲਿਊਮ। ਆਹ ਤੁਹਾਡੇ ਫਾਰਮੂਲਾਸ ਹੈ। ਮੈਥ ਪਾਈ ਇਸ ਕਰਕੇ ਯੂਜ਼ ਕਰਨਾ ਪੈਂਦਾ, ਨਹੀਂ ਤਾਂ ਪਾਈ ਦੀ ਵੈਲਿਊ ਪਾਉਣੀ ਪੈਂਦੀ ਹੈ। ਪਾਈ ਦੀ ਵੈਲਿਊ ਅਸੀਂ ਯਾਦ ਕਿਉਂ ਰੱਖੀ ਹੈ, ਅਸੀਂ ਇਹਨੂੰ ਕਹਿੰਦੇ ਨੇ ਮੈਥ ਪਾਈ। ਇੰਪੋਰਟ ਕਰ ਲਓ ਇੱਕ ਪੈਕੇਜ ਮੈਥ ਡੋਟ ਇੰਪੋਰਟ ਡੋਟ ਮੈਥ, ਤੇ ਮੈਥ ਡੋਟ ਪਾਈ ਲਿਖੋਗੇ ਤਾਂ ਪਾਈ ਦੀ ਵੈਲਿਊ ਆਟੋਮੈਟਿਕਲੀ ਲੈ ਲਓ। ਇੰਟੂ ਰੇਡੀਅਸ ਪਲਸ ਹਾਈਟ, ਇਹ ਵੋਲਿਊਮ ਦਾ ਫਾਰਮੂਲਾ ਹੈ। ਆ ਤੁਹਾਨੂੰ ਸਰਫੇਸ ਏਰੀਆ ਵੀ ਦੇ ਦੂਗਾ, ਇਹ ਤੁਹਾਨੂੰ ਟॉप और बॉटम सरफेस एरिया ऑफ सिलेंडर भी दे दूंगा। ये सारी आउटपुट ਤੁਹਾਨੂੰ प्रोग्राम बना के दे। याद रखने की लोड़ नहीं, याद इन्ने रवे भी कॉल करना। इसी तरह राइट एंगल ट्रायंगल होंदी ਤੁਹਾਡੇ ਕੋਲ, ਉਹਦਾ ਕੱਢਣਾ ਏਰੀਆ, ਉਹਦੇ ਵਾਸਤੇ ਫਾਰਮੂਲਾ। मेरे को एक एग्जांपल हो रहा है कि ਤੁਸੀਂ ਅੱਜਕੱਲ WhatsApp ਤੇ ਚੈਟ ਕਰਦੇ ਹੋ ਗਰੁੱਪ ਦੇ ਵਿੱਚ। ਗਰੁੱਪ ਦੇ ਵਿੱਚ 20 25 50 ਜਾਣੇ ਹੁੰਦੇ ਆ, ਉਹ ਪਾਰਟਿਸਿਪੇਟ ਕਰਦੇ ਰਹਿੰਦੇ। ਕੋਈ ਗੁੱਡ ਮਾਰਨਿੰਗ ਦੇ ਮੈਸੇਜ ਹੋਣਗੇ ਜਾਂ ਇੱਕ ਦੂਜੇ ਨੂੰ ਵੈਸੇ ਮੈਸੇਜ ਸ਼ੇਅਰ ਕੀਤੇ ਜਾਂਦੇ ਆ। ਉਹਦੀ ਪ੍ਰੋਸੈਸਿੰਗ ਵਾਸਤੇ ਵੀ ਪਾਈਥਨ ਯੂਜ਼ ਕੀਤੀ ਜਾਂਦੀ ਹੈ। ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਸਾਡੇ ਕੋਲੇ ਜਿੰਨੇ ਲੋਕਾਂ ਦੇ ਮੈਸੇਜ ਆਏ, ਫ੍ਰੀਕੁਐਂਸੀ ਆਫ ਮੈਸੇजेस ਕੀ ਹੈ, ਕਿ ਕਿਹੜੇ ਯੂਜ਼ਰ ਨੇ ਕਿੰਨੇ ਮੈਸੇजेस ਸੈਂਡ ਕੀਤੇ ਗਰੁੱਪ ਦੇ ਵਿੱਚ। ਉਹਦਾ ਮੈਂ ਇੱਕ ਪ੍ਰੋਗਰਾਮ ਤੁਹਾਡੇ ਨਾਲ ਕੱਲ ਨੂੰ ਡਿਸਕਸ ਕਰੂੰਗਾ। ਹੁਣ ਥੋੜਾ ਜ਼ਿਆਦਾ ਟਾਈਮ ਲੱਗਦਾ, ਅੱਜ ਨਹੀਂ ਕਰੂੰਗਾ। ਉਹ ਬੜੀ ਐਕਸਾਈਟਿੰਗ ਜੀ ਐਗਜ਼ਾਮਪਲ ਹੈ। ਹੁਣ ਜੇ ਕੋਈ ਤੁਹਾਡੀ ਪ੍ਰੋਬਲਮ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ। ਇੰਦਰਪ੍ਰੀਤ ਮੈਡਮ। हाँ जी सर। ਮੇਰੇ ਕੋਲੇ ਇੱਕ ਦੋ ਪ੍ਰੋਗਰਾਮ ਹੋਰ ਹੈ, ਮੈਂ ਉਹ ਦੱਸ ਦਿੰਦਾ। ठीक है जी। ਤੁਸੀਂ ਇੱਕ ਟ੍ਰਾਈਐਂਗਲ ਦਾ ਤੁਹਾਡੇ ਕੋਲ ਫਾਰਮੂਲਾ ਹੁੰਦਾ ਹੈ, ਉਹ ਤੁਹਾਨੂੰ ਪਤਾ ਹੈ ਕਿ 3 ਲਾਈਨਾਂ ਤੁਸੀਂ ਲੈ ਲੈਂਦੇ ਹੋ ਤਾਂ ਪੈਰੀਮੀਟਰ ਕਿਵੇਂ ਕੱਢਦੇ ਹੁੰਦੇ ਹੋ, ਤਾਂ ਉਹ ਤਿੰਨਾਂ ਦਾ ਸਮ ਕਰ ਦਿੰਦੇ ਹੋ, ਪੈਰੀਮੀਟਰ ਬਣ ਜਾਂਦਾ ਹੈ। ਸੈਮੀ ਪੈਰੀਮੀਟਰ ਇਸ ਤਰ੍ਹਾਂ ਨਿਕਲਦਾ। ਏਰੀਆ ਦਾ ਫਾਰਮੂਲਾ ਜਿਹੜਾ ਉਹ ਅੰਡਰ ਰੂਟ ਕਰ ਦਿੰਦੇ ਹੋ ਐਸ ਇੰਟੂ ਐਸ ਮਾਈਨਸ ਏ, ਐਸ ਮਾਈਨਸ ਬੀ, ਐਸ ਮਾਈਨਸ ਸੀ। ਇਹ ਤੁਹਾਡੇ ਕੋਲ ਜਵਾਬ ਆ ਜਾਣਾ। ਤੁਸੀਂ ਤਿੰਨਾਂ ਲਾਈਨਾਂ ਦੀਆਂ ਵੈਲਿਊਜ਼ ਦੇਣੀਆਂ ਤੇ ਤੁਹਾਡੇ ਕੋਲ ਜਵਾਬ ਆ। ਇਹਦੇ 'ਚ ਕੁਝ ਜ਼ਿਆਦਾ ਲੌਜਿਕ ਤਾਂ ਹੈ ਨਹੀਂ ਜੀ। ਤੁਸੀਂ ਅੱਗੇ ਇੰਟੀਜਰ 'ਚ ਵੈਲਿਊ ਲੈਂਦੇ ਹੋ, ਇੱਥੇ ਤੁਸੀਂ ਫਲੋਟ 'ਚ ਲਈ ਹੈ। ਵੈਸੇ ਮੈਂ ਵੈਲਿਊ ਇੰਟੀਜਰ 'ਚ ਹੀ ਦੇ ਦਿੱਤੀ, ਉਹਨੇ ਫਿਰ ਵੀ ਜਵਾਬ ਕੱਢ ਦੇਣਾ। ਉਹ 4.0 ਲੈ ਲੂਗਾ। ਜਿੰਨੀਆਂ ਤੁਸੀਂ ਵੈਲਿਊਜ਼ ਦੇਣੀਆਂ ਤਿੰਨਾਂ ਸਾਈਡਾਂ ਦੀਆਂ ਕਰ ਦਿੰਦੇ ਹੋ, ਤੇ ਤੁਸੀਂ ਉਹਦਾ ਪੈਰੀਮੀਟਰ ਕੱਢ ਲੈਂਦੇ ਹੋ ਸਮ ਕਰਕੇ। ਸੈਮੀ ਪੈਰੀਮੀਟਰ ਦੇ ਇਹਦਾ ਆਊਟਪੁੱਟ ਹੀ। ਕਿਸੇ ਨੇ ਕੋਈ ਐਕਸਰਸਾਈਜ਼ ਕਰਨੀ ਹੋਵੇ ਤਾਂ ਦੱਸੋ, ਮੈਂ ਇੱਥੇ ਕਰਕੇ ਖਾ ਦਾਂ। सर्कल का फॉर्मूला पाई आर स्क्वायर आप डायमीटर ले लिया, ये पाई आ गया। वैसे तो डायमीटर का अद्धा करना चाहिए जी मैंने, पर मैं इतने बटा 4 पहले ही करता, क्योंकि अद्धा अद्धा 2 बारी करूंगा तो 4 बन जूगा। इतने मैंने 4 नाल करने की लोड़ नहीं, क्योंकि इतने मैं रेडियस ले लिया, पहले ही रेडियस नूं डायमीटर का अद्ध करके सेव कर लिया, तो जवाब सेम ही होना। इदा कर लवां या इदा कर लवां, ये साडे कोल सर्कल दा एरिया कढना।
ਇੱਕ ਆਮ ਪ੍ਰੋਬਲਮ ਤੁਸੀਂ ਦੇਖਦੇ ਹੁੰਦੇ ਹੋ ਕਿ ਨੰਬਰ ਪਰਫੈਕਟ ਹੈ ਕਿ ਨਹੀਂ ਹੈ ਉਹਦਾ ਪ੍ਰੋਗਰਾਮ the number is perfect or not. ਮੈਥਸ ਵਾਲੇ ਹੈਗੇ ਨੇ ਅੱਜ ਸਾਡੇ ਸੈਸ਼ਨ 'ਚ ਮੈਥਸ ਵਾਲੇ ਹੈਗੇ ਨੇ ਮੈਡਮ मैथ्स वाले तो रेयर ही है, कोई पता नहीं है कि नहीं। स्टूडेंट तो ज्यादा कंप्यूटर वाले या स्टाफ मेंबर्स भी ज्यादा कंप्यूटर वाले ही है। ਓਕੇ ਕਿਉਂਕਿ ਉਹਨਾਂ ਦੇ ਇੰਟਰਸਟ ਦੀ ਹੈ ਨਾ ਇਹ, ਜਿਵੇਂ ਰੈਂਡਮ ਵਾਲੀ ਗੱਲ ਹੋਈ ਜਾਂ ਵੋਲਿਊਮਸ ਵਾਲੀ ਗੱਲ ਹੋਈ, ਇਹਨਾਂ ਦੀ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਹੈ। ਮੇਰੀਆਂ ਐਗਜ਼ਾਮਪਲਸ ਜਿਹੜੀਆਂ ਇੰਪੋਰਟੈਂਟ ਕਰਾਉਣ ਵਾਲੀਆਂ ਸੀ ਉਹ ਤਾਂ ਮੈਂ ਕਰਾਤੀਆਂ। ਜੇ ਤੁਹਾਡੇ ਤੋਂ ਕੋਈ ਪੁੱਛਣ ਵਾਲੀ ਗੱਲ ਹੈ ਤਾਂ ਉਹ ਮੈਂ ਸੋਲਵ ਕਰ ਸਕਦਾ। ਕਿਸੇ ਕੈਂਡੀਡੇਟ ਦਾ ਕੋਈ ਕੁਐਸਚਨ ਹੋਵੇ? सर हाँ जी सर। ਕਿਸੇ ਕੈਂਡੀਡੇਟ ਦਾ ਕੋਈ ਕੁਐਸਚਨ ਹੋਵੇ? सर डॉक्टर किरणजीत कौर पूछ रहे हैं कि ग्राफ्स किवें ड्रॉ करने हैं पाइथन दे विच। मैं एक ग्राफ दिखाया सी, वही एक्सरसाइज द्वारा लेना। एक पैकेज सानू इंपोर्ट करना पैंदा है। आ लिखा है इंपोर्ट matplotlib डॉट pyplot as plt। ये कोड लिखना पैंदा सानू। ये फंक्शन ग्राफ बनाउण विच हेल्प करदा। ਜਿਹੜੀਆਂ ਤੁਸੀਂ ਵੈਲਿਊਜ਼ ਦੇਣੀਆਂ ਉਹ ਵੈਲਿਊਜ਼ ਨੂੰ ਤੁਸੀਂ ਲਿਸਟ ਦੇ ਵਿੱਚ ਸੇਵ ਕਰ ਲਓ। ਉਸ ਤੋਂ ਬਾਅਦ ਇਹ ਟਿਕ ਦਾ ਮਤਲਬ ਤਾਂ ਇੰਨੇ ਹੈ ਕਿ ਤੁਸੀਂ ਟਿਕ ਲਾਣੀ ਹੈ ਗ੍ਰਾਫ ਦੇ ਵਿੱਚ, ਜਿਵੇਂ ਲੱਗੀਆਂ ਹੁੰਦੀਆਂ ਨਾ ਹੌਰੀਜ਼ੌਂਟਲ ਬਾਰ ਤੇ ਟਿਕਸ ਲੱਗੀਆਂ ਹੁੰਦੀਆਂ 1 2 3 4। ਇਹ ਤੁਹਾਡਾ ਲੇਬਲ ਹੋ ਗਿਆ ਕਿ ਥੱਲੇ ਤੁਸੀਂ ਲੇਬਲ ਕੀ ਨਾਮ ਦੇਣੇ ਆ ਵੈਲਿਊਜ਼ ਨੂੰ, ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ। ਰੋਟੇਸ਼ਨ ਦਾ ਮਤਲਬ ਇਹ ਸੀ ਕਿ ਗ੍ਰਾਫ ਜਿਹੜਾ ਤੁਹਾਡਾ ਉਹਦੇ 'ਚ ਜਿਹੜੇ ਨਾਮ ਆਉਣਗੇ ਉਹ ਟੇਢੇ ਆਉਂਦੇ ਆ। ਹਲੋ ਆ ਜਿਹੜਾ ਆ ਲੇਬਲ ਹੈ ਨਾ ਇਹ ਐਂਗਲ ਤੇ ਹੈ। ਐਂਗਲ ਤੇ ਕਰਨ ਵਾਸਤੇ ਮੈਂ ਇੰਨਾ ਹੀ ਲਿਖਣਾ ਹੈ ਪਲਾਟ ਡਾਟ ਐਕਸ ਟਿਕਸ ਲੱਗ ਜਾਊਗੀ। ਐਕਸ ਡਾਟ ਲੇਬਲ ਦਾ ਮਤਲਬ ਹੈ ਐਕਸ ਐਕਸਿਸ ਤੇ ਲੇਬਲ ਕੀ ਦੇਣਾ ਚਾਹੁੰਦੇ ਹੋ ਤੁਸੀਂ ਥੱਲੇ ਉਹ ਨੇਮਸ। वाई ਦਾ ਲੇਬਲ ਕੀ ਹੈ? वाई ਦਾ ਲੇਬਲ ਮਾਰਕਸ ਹੈ, ਮੈਂ ਲਿਖ ਦਿੱਤਾ। ਪੂਰੇ ਗ੍ਰਾਫ ਦਾ ਟਾਈਟਲ ਕੀ ਹੈ? ਮੈਂ ਲਿਖ ਦਿੱਤਾ। ਇਹਨਾਂ ਚੀਜ਼ਾਂ ਨੂੰ ਜਦੋਂ ਮਰਜ਼ੀ ਐਡ ਕਰ ਸਕਦੇ ਹੋ। ਇਹ ਕਮੈਂਟ 'ਚ ਨਹੀਂ ਹੈਗੀਆਂ ਤਾਂ ਇਹ ਖਾਲੀ ਹੈ, ਐਰਰ ਨਹੀਂ ਆਊਗਾ। ਬਸ ਉੱਥੇ ਨਾਮ ਲਿਖਿਆ ਹੋਇਆ ਨਹੀਂ ਆਊਗਾ। ਜਿਹੜੇ ਜਿਹੜੇ ਨਾਮ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਨਾਮ ਐਡ ਕਰੀ ਜਾਓ। सर नेक्स्ट क्वेश्चन है ना कि पाई चार्ट ड्रॉ हो सकता है पाइथन च? ਹਾਂਜੀ ਵੈਲਿਊਜ਼ ਉਦਾਂ ਦੀਆਂ ਹੋਣਗੀਆਂ 100% ਵਾਲੀਆਂ ਤਾਂ ਤੁਹਾਨੂੰ ਪਾਈ ਚਾਰਟ ड्रा ਹੋ ਜਾਊਗਾ। ਤੁਸੀਂ ਲੇਬਲਸ ਦਿੱਤੇ, ਇੱਕ ਪਾਈਥਨ ਦਿੱਤਾ, ਇੱਕ ਸੀ ਦਿੱਤਾ, ਇੱਕ ਰੂਬੀ, ਇੱਕ ਜਾਵਾ। ਇਹ ਤੁਹਾਡੇ ਲੇਬਲਸ ਨੇ। ਆ ਪਾਈਥਨ ਜਾਵਾ ਰੂਬੀ ਤੇ ਥੱਲੇ ਸੀ ਆ ਗਿਆ। ਆ ਤੁਹਾਡੇ ਸਾਈਜ਼ਸ ਹੈ 215 130 245 ਤੇ 210। ਇਹ ਡਾਟਾ ਵੈਲਿਊਜ਼ ਹੈ। ਇਹ ਕਲਰ ਹੈ ਤੁਸੀਂ ਪਾਈ ਦੇ ਜਿਹੜੇ ਸਲਾਈਸਿਸ ਹੈ ਉਹਨਾਂ ਦੇ ਕਲਰ ਹੈ। ਇੱਕ ਦਾ ਨਾ ਗੋਲਡ ਯੈਲੋ ਗ੍ਰੀਨ। ਇਹ ਤੁਸੀਂ ਉਹਨਾਂ ਦੇ ਨਾਮ ਆਪ ਦੇ ਸਕਦੇ ਹੋ। ਇਹ ਉਹੀ ਕਲਰ ਆਉਣਗੇ। ਐਕਸਪਲੋਰ ਦਾ ਮਤਲਬ ਹੈ ਬਾਹਰ ਕੱਢਣੇ।
ਇਹ ਵੈਲਿਊ ਬਾਹਰ ਕੱਢ ਦਿੰਦਾ ਕਿੰਨੇ ਪਰਸੈਂਟ 0.0 ਇੱਕ ਸਲਾਈਸ ਨੂੰ ਬਾਹਰ ਕੱਢਣਾ। ਇਹ ਤੋਂ ਬਾਅਦ ਕੀ ਕਰਨਾ plot.py ਲਿਖਣਾ। ਸਾਈਜ਼ਸ ਦਾ ਮਤਲਬ ਆ ਸਾਡੀਆਂ ਵੈਲਿਊਜ਼। ਐਕਸਪਲੋਡ ਦਾ ਮਤਲਬ ਇਹਨੂੰ ਐਕਸਪਲੋਡ ਕਰਨਾ। ਲੇਬਲਸ ਜਿਹੜੇ ਤੁਸੀਂ ਉੱਪਰ ਦੇਤੇ ਆਹ ਉਹ ਚਾਰੇ ਲੇਬਲ ਲੈਦੇ ਨੇ। ਕਲਰ ਜਿਹੜੇ ਕਲਰ ਸਿਲੈਕਟ ਕੀਤੇ ਉਸ ਸਾਰੇ ਪੈਰਾਮੀਟਰ ਇਹਦੇ ਵਿੱਚ ਫਿੱਟ ਕਰਦੇ। ਇਹ ਪਿਕਚਰ ਆਟੋਮੈਟਿਕਲੀ ਇਸ ਸਾਈਜ਼ ਦੀ ਬਣ ਜਾਣੀ ਹੈ। ਸ਼ੈਡੋ ਤੁਹਾਨੂੰ ਚਾਹੀਦੀ ਹੈ ਤਾਂ ਸ਼ੈਡੋ ਆ ਜੂਗੀ, ਆਹ ਨਹੀਂ ਚਾਹੀਦੀ ਤੇ ਸ਼ੈਡੋ ਨਾ ਲਿਖੋਗੇ, ਸ਼ੈਡੋ ਫਾਲਸ ਹੋ ਜੂਗੀ। ਸਟਾਰਟ ਐਂਗਲ ਇੱਥੋਂ ਸ਼ੁਰੂ ਹੋ ਜਾਣਾ। ਐਕਸਿਸ ਇਕੁਅਲ ਬਣਾਤੀਆਂ, ਇਹ 100% ਵੈਲਿਊ ਬਣੂਗੀ। ਆ ਤੁਹਾਡੇ ਪੈ ਚੱਲ ਤੁਹਾਡੇ ਧਿਆਨ 'ਚ ਰੱਖਣ ਵਾਲੀ ਗੱਲ ਇੱਕੋ ਹੀ ਹੈ ਕਿ ਤੁਸੀਂ ਆਹ ਲਾਈਨ ਲਿਖਣੀ ਹੈ। ਇਹਦੇ ਵਿੱਚ ਸਭ ਕੁਝ ਆ ਗਿਆ, ਤੁਹਾਡੀਆਂ ਵੈਲਿਊਜ਼ ਵੀ ਆ ਗਈਆਂ, ਤੁਹਾਡੇ ਲੇਬਲਸ ਵੀ ਆ ਗਏ, ਤੁਹਾਡੇ ਪਾਈ ਦੇ ਕਲਰ ਵੀ ਆ ਗਏ, ਤੁਹਾਡੇ ਪਾਈ ਦੇ ਵਿੱਚੋਂ ਕੋਈ ਪੋਰਸ਼ਨ ਬਾਹਰ ਹਾਈਲਾਈਟ ਕਰਕੇ ਦਿਖਾਉਣਾ ਉਹ ਵੀ ਤੁਹਾਡੇ ਸਾਹਮਣੇ ਆ ਗਿਆ। ਫਿਰ ਮੈਂ YouTube ਦੀ ਜਾਂ Google ਦੀ ਹੈਲਪ ਲਈ ਹੈ। ਸਿਰਫ ਕਰਨਾ ਕੀ ਹੈ ਕਿ ਇੱਕ ਪੈਕੇਜ ਇੰਪੋਰਟ ਕਰਨਾ ਹੈ, ਆਹ ਮੈਟਪਲੋਟਲਿਬ। ਇਹ PLT ਵਰਡ ਜਿਹੜਾ ਹੈ ਇਹ ਸਾਰੇ ਫੰਕਸ਼ਨ ਮੈਟਪਲੋਟਲਿਬ ਦੇ ਵਿੱਚੋਂ ਕਾਲ ਕਰਕੇ ਦਾ ਗ੍ਰਾਫ ਬਣਾ ਦਿਓ। ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ, ਥੈਂਕ ਯੂ। ਵਧੀਆ ਤਾਂ ਵੀ ਲੱਗਦਾ ਹੁੰਦਾ ਜੇ ਆਨਸਰ ਆਉਂਦਾ ਹੋਵੇ ਮੈਨੂੰ। ਥੈਂਕਸ ਆ ਗਿਆ ਜੀ ਡਾਕਟਰ ਕਿਰਨਜੀਤ ਕੌਰ ਦਾ। ਕਹਿੰਦੇ ਕਿ ਬਹੁਤ ਵਧੀਆ ਐਕਸਪਲੇਨ ਕੀਤਾ ਹੈ। ਐਗਜ਼ਾਮਪਲਸ ਸਾਹਮਣੇ ਪਈਆਂ ਹੁੰਦੀਆਂ, ਬੱਚੇ ਐਕਸਪਲੋਰ ਨਹੀਂ ਕਰਦੇ। ਬੱਚੇ ਐਕਸਪਲੋਰ ਕਰਨ ਤਾਂ ਮੈਂ ਕਿਹੜਾ ਕਿਸੇ ਕੋਲ ਸਿੱਖਣ ਗਿਆ ਸੀ, ਮੈਂ ਵੀ ਤਾਂ ਆਪ ਹੀ ਸਿੱਖੀ, ਕਿਉਂਕਿ ਸਿਖਾਉਂਦਾ ਹੀ ਕੋਈ ਨਹੀਂ। ਹਰ ਤਰ੍ਹਾਂ ਦਾ ਗ੍ਰਾਫ ਬਣਾ ਸਕਦੇ ਹਾਂ, ਸਟੈਕ ਬਾਰ, ਹੌਰੀਜ਼ੌਂਟਲ ਬਾਰ, ਐਵਰੀਥਿੰਗ ਅਵੇਲੇਬਲ। ਜੇ ਇੱਥੇ ਗ੍ਰਾਫ ਬਣਿਆ ਹੈ ਤੁਹਾਡਾ, ਇੱਥੇ ਛੋਟਾ ਦਿਖਦਾ ਹੈ, ਤੁਸੀਂ ਇਹਨੂੰ ਵੱਡਾ ਕਰ ਸਕਦੇ ਹੋ। ਸਰ ਨੈਕਸਟ ਕੁਐਸਚਨ ਹੈ ਜੀ ਗੁਰਲੀਨ ਕੌਰ ਜੀ ਤੋਂ ਕਿ ਟੇਬਲਸ ਡਰਾ ਕਰ ਸਕਦੇ ਹਾਂ ਪਾਈਥਨ 'ਚ? ਟੇਬਲਸ ਆ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਰਿਜ਼ਲਟ ਦੇ ਵਿੱਚ, ਰਿਜ਼ਲਟ ਦਿਖਾਇਆ ਸੀ, ਇਹਨੂੰ ਤੁਸੀਂ ਟੇਬਲ ਫਾਰਮ ਵੀ ਦੇਖਣਾ ਚਾਹੁੰਦੇ ਹੋ, ਪਰ ਉੱਥੇ ਲਾਈਨਾਂ ਨਹੀਂ ਵੱਜਣਗੀਆਂ ਜਿਵੇਂ ਲਾਈਨਾਂ ਲੱਗੀਆਂ ਹੁੰਦੀਆਂ ਐਕਸਲ ਦੇ ਵਿੱਚ। ਤੁਹਾਡਾ ਡਾਟਾ ਚਲਾ ਜਾਊਗਾ CSV ਫਾਈਲ ਦੇ ਵਿੱਚ, ਉੱਥੇ ਤੁਹਾਡਾ ਟੇਬਲ ਬਣ ਜਾਂਦਾ, ਤੁਸੀਂ ਉੱਥੋਂ ਪ੍ਰਿੰਟ ਕਰ ਦਿਓ। ਜਿਵੇਂ ਮੇਰੇ ਕੋਲੇ ਇੱਥੇ ਫਾਈਲ ਹੈ CSV ਰਿਜ਼ਲਟ ਵਾਲੀ, ਤਾਂ ਮੈਂ ਇਹਦੇ ਵਿੱਚ ਆਊਟਪੁੱਟ ਲੈ ਸਕਦਾ। ਇਹ ਟੇਬਲ ਨੂੰ ਮੈਂ ਕਾਪੀ ਕਰਕੇ ਵਰਡ 'ਚ ਪੇਸਟ ਕਰਾਂਗਾ। देखो एक्सेल ने मेरी पंजाबी नहीं पढ़ी, पाइथन ने पढ़ती। इतों तुसी वैल्यूज चक के ਉਹਦਾ ਟੇਬਲ ਵਰਡ 'ਚ ਕਾਪੀ ਕਰ ਸਕਦੇ। ਉੱਥੇ ਤਾਂ ਬਣ ਤਾਂ ਜਾਊਗਾ, ਉੱਥੇ ਲਾਈਨਾਂ ਨਹੀਂ ਆਉਣੀਆਂ ਵਿੱਚ, ਜਿਹੜੀਆਂ ਆਹ ਲਾਈਨਾਂ ਨਾ ਇਹ ਲਾਈਨਾਂ ਨਹੀਂ ਬਣਨੀਆਂ। ਹੋਰ ਗੁਰਲੀਨ ਕੋਈ ਕੁਐਸਚਨ? कल बलजीत ने क्वेश्चन, आज बलजीत का कोई क्वेश्चन नहीं। सर नेक्स्ट क्वेश्चन है जी कि वेब पेज डिजाइन करने लिए यूज होती है लैंग्वेज? हाँ जी, ਪਾਈਥਨ ਤੁਹਾਨੂੰ ਬਣਾ ਕੇ ਦਿੰਦੀ ਹੈ ਪ੍ਰੋਗਰਾਮ, ਜਿਹੜਾ ਤੁਸੀਂ ਪਾਈਥਨ ਦੇ ਨਾਲ ਵੈਬਸਾਈਟ ਬਣਾ ਸਕਦੇ ਹੋ, ਵੈਬ ਪੇजेस ਬਣਾ ਸਕਦੇ ਹੋ। The way to use Python for web development is to use a framework like Django and Pyramid। एक Django सॉफ्टवेयर है, वो Python ਦੀ ਹੈਲਪ ਨਾਲ ਵੈਬਸਾਈਟ ਡਿਵੈਲਪ ਕਰਵਾ ਦਿੰਦਾ। ਕੁਝ ਕੋਡ Python ਦੇ ਲੱਗਣਗੇ, ਤੁਹਾਡੀ ਵੈਬਸਾਈਟ ਡਿਵੈਲਪ ਕਰਨੀ।
ਇਹ ਬਿਗਨਰਸ ਦੇ ਕੰਮ ਹੈ। ਇਹ ਜਿਹੇ ਛੋਟੇ ਛੋਟੇ ਪ੍ਰੋਜੈਕਟ ਤੁਸੀਂ ਮਹੀਨੇ ਵਿੱਚ ਪੂਰਾ ਕਰ ਸਕਦੇ ਹੋ ਆਪਦੇ ਲੈਪਟਾਪ ਤੇ ਘਰ ਬੈਠ ਕੇ। ਸਟਾਰਟਿੰਗ ਹੈ। ਤੁਹਾਡਾ ਜਵਾਬ ਮਿਲ ਗਿਆ। ਹੋਰ ਦੇਖੋ। ਨੈਕਸਟ ਕੁਐਸਚਨ ਹੈ ਜੀ ਅਮਨਦੀਪ ਕੌਰ ਤੋਂ ਕਿ ਟਰੀ ਯੂਜ਼ ਹੁੰਦਾ ਹੈ ਕਿ ਪਾਈਥਨ ਦੇ ਵਿੱਚ ਐਜ਼ ਅਦਰ ਲੈਂਗੁਏजेस। ਹਾਂਜੀ, ਤੁਸੀਂ ਟਰੀ ਵਾਲੀ ਫੈਸਿਲਿਟੀ ਯੂਜ਼ ਕਰ ਸਕਦੇ ਹੋ। ਕੀ ਕਰਨਾ ਚਾਹੁੰਦੇ ਹੋ ਡਾਟਾ ਸਟਰਕਚਰ ਦੇ ਵਿੱਚ ਤੁਹਾਡੇ ਕੋਲੇ ਇਹ ਡਾਟਾ ਸਟਰਕਚਰ ਤੁਹਾਡੇ ਕੋਲ ਅਵੇਲੇਬਲ ਹੈ ਪਾਈਥਨ ਦੀਆਂ। ਤੁਸੀਂ ਕੰਮ ਦੇਖਿਆ ਕਰੋ। ਡਾਟਾ ਸਟਰਕਚਰ ਦੀ ਗੱਲ ਬਾਅਦ ਚ ਹੈ ਤੇ ਤੁਸੀਂ ਉਹ ਤੋਂ ਕੰਮ ਕੀ ਕਰਾਉਣਾ ਹੈ। ਇਹਦੇ ਕੋਲ ਗ੍ਰਾਫ ਹੈ, ਇਹਦੇ ਕੋਲ ਟਰੀ ਹੈ। ਇਹ ਬੱਚਾ ਫਾਈਨਲ ਈਅਰ ਦਾ ਹੋਣਾ ਚਾਹੀਦਾ ਜਿਹਨੇ ਕੁਐਸਚਨ ਪੁੱਛਿਆ। ਸਰ ਇਦਾਂ ਤਾਂ ਪਤਾ ਨਹੀਂ ਲਿਖਿਆ ਨਹੀਂ, ਉਹਨੇ ਨਾਮ ਲਿਖਿਆ ਅਮਨਦੀਪ ਕੌਰ ਹੈ। ਅਸੀਂ ਇਸ ਤੋਂ ਅੱਗੇ ਯੂਜ਼ ਕਰਦੇ ਹਾਂ ਡਾਟਾ ਸਾਇੰਸ। ਡਾਟਾ ਸਾਇੰਸ ਦੇ ਵਿੱਚ ਸਾਨੂੰ ਟਰੀਜ਼ ਦੀ ਲੋੜ ਪੈਂਦੀ ਹੈ ਜਿੱਥੇ ਬ੍ਰਾਂਚਿਸ ਕਰਨੀ ਹੁੰਦੀਆਂ ਜਾਂ ਕਿਤੇ ਬੈਲੈਂਸ ਟਰੀ ਕੱਢਣਾ ਹੁੰਦਾ ਹੈ ਤਾਂ ਉਹਦੇ ਵਿੱਚ ਸਾਨੂੰ ਫਿਰ ਪਾਈਥਨ ਦੇ ਟਰੀ ਫੰਕਸ਼ਨ ਦੀ ਲੋੜ ਪੈਂਦੀ ਹੈ। ਡਾਟਾ ਸਟਰਕਚਰ ਟਰੀ ਦੀ ਇੱਥੇ ਲੋੜ ਪੈਂਦੀ ਹੈ ਸਾਨੂੰ। ਆਹ ਤੁਹਾਡੇ ਸਾਹਮਣੇ ਯੂਜ਼ਰ ਡਿਫਾਈਨਡ ਡਾਟਾ ਸਟਰਕਚਰ ਹੈ ਟਰੀ। ਮੈਂ ਬੋਲਦਾ ਹਾਂ ਤਾਂ ਹੋ ਸਕਦਾ ਹੈ ਬੱਚਾ ਕਵੇ ਮੈਂ ਤੁਹਾਡੇ ਸਾਹਮਣੇ ਪ੍ਰੂਵ ਕਰ ਦਿੰਦਾ ਕਿ ਆਹ ਦੇਖੋ ਇਟ ਇਜ਼ ਅਵੇਲੇਬਲ। ਇਹਨਾਂ ਦੀਆਂ ਐਕਸਰਸਾਈਜ਼ ਵੀ ਪਈਆਂ, ਐਗਜ਼ਾਮਪਲਸ ਵੀ ਪਈਆਂ। ਨਵੀਆਂ ਲੈਂਗੁਏजेस ਨਾਲ ਕੰਪਿਊਟਰ ਚਲਾਉਣਾ ਹੋਰ ਸੌਖਾ ਹੋ ਗਿਆ। ਇਹ ਦੇਖੋ ਟਰੀ ਤੁਹਾਡੇ ਕੋਲ। ਜਿਵੇਂ ਤੁਸੀਂ ਟਰੀ ਮੰਗਦੇ ਹੋ ਲੀਫ ਨੋਡਸ ਹੋਣੇ ਚਾਹੀਦੇ, ਰੂਟ ਨੋਡਸ ਹੋਣੇ ਚਾਹੀਦੇ, ਉਹ ਤੁਹਾਡੇ ਕੋਲ ਅਵੇਲੇਬਲ। ਇਹ ਤੁਸੀਂ ਲਿੰਕ ਲਿਸਟ ਯੂਜ਼ ਕਰਦੇ ਰਹੇ ਹੋ। ਕੱਲ ਅਸੀਂ ਇੱਕ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਤੁਹਾਨੂੰ ਇਹ ਦੱਸਿਆ ਲਿਸਟ ਹੈ ਇਹਨਾਂ ਚੋਂ ਵੱਡਾ ਕੱਢਣਾ ਹੈ। ਦੇਖੋ ਬੜੀ ਫਲੈਕਸੀਬਲ ਲਿਸਟ ਹੈ। ਮੈਨੂੰ ਪ੍ਰੋਗਰਾਮ ਨਹੀਂ ਬਣਾਉਣਾ ਪਿਆ, ਨਾ ਮੈਨੂੰ ਦੱਸਣਾ ਪੈਣਾ ਸਟੈਕ ਵਿੱਚ ਹੈ, ਨਾ ਮੈਨੂੰ ਦੱਸਣਾ ਪੈਣਾ ਕਿਵੇਂ ਹੈ। ਇਹਨੇ ਆਪਣੇ ਆਪ ਹੀ ਕਰ ਦੇਣਾ ਸਾਰਾ ਕੰਮ। ਇੱਕ ਲਿਸਟ ਬਣਾ ਲਈ ਮੈਂ। ਇਸ ਲਿਸਟ ਦੇ ਵਿੱਚੋਂ ਮੈਂ ਜਿਹੜਾ ਮਰਜ਼ੀ ਵੈਲਿਊ ਕੱਢੀ ਜਾਵਾਂ, ਜੋ ਮਰਜ਼ੀ ਮੈਂ ਇਸ ਲਿਸਟ ਚੋਂ ਕੰਮ ਕਰਾਈ ਚੱਲਾਂ। ਇਹਦੇ ਚ ਨਵੀਂ ਵੈਲਿਊ ਐਡ ਕਰਨੀ ਹੈ, ਅਪੈਂਡ ਕਰੀ ਚੱਲੂਗਾ। ਨਵੀਂ ਵੈਲਿਊ ਐਡ ਹੋ ਜਾਂਦੀ ਉਹਦੇ ਵਿੱਚ। ਜੇ ਕੋਈ ਡਿਲੀਟ ਕਰਨੀ ਹੈ ਤਾਂ ਮੈਂ ਡਿਲੀਟ ਕਰੀ, ਸੌਰਟ ਕਰਨੀ ਹੈ ਤਾਂ ਮੈਂ ਸੌਰਟ ਕਰ ਦਿੰਦਾ। ਉਹ ਜਿਹੜੀਆਂ ਗੱਲਾਂ ਅਸੀਂ ਸੀ ਵੇਲੇ ਯੂਜ਼ ਕਰਦੇ ਸੀ, C++ ਵੇਲੇ, ਕਿ ਸਾਨੂੰ ਧਿਆਨ ਰੱਖਣਾ ਪਊਗਾ ਵੀ ਟਰੀ ਹੈ, ਕੋਈ ਸਪੈਸ਼ਲ ਐਪਲੀਕੇਸ਼ਨ ਹੋਵੇ ਤਾਂ ਫਿਰ ਸਾਨੂੰ ਧਿਆਨ ਰੱਖਣਾ ਪੈਂਦਾ, ਨਹੀਂ ਤਾਂ ਲੋੜ ਨਹੀਂ ਹੈਗੀ। ਸਾਰੇ ਕੰਮ ਤੁਹਾਡੇ ਇੱਥੇ ਹੋ ਜਾਣ। ਹਾਂਜੀ ਸਰ। ਸਰ ਨੈਕਸਟ ਸ਼ਰਦ ਪਾਰਟਿਸਿਪੈਂਟ ਦਾ ਕੁਐਸਚਨ ਹੈ ਕਿ ਜਿਹੜਾ ਪ੍ਰੋਗਰਾਮ ਤੁਸੀਂ
ਬਣਾਇਆ ਏਰੀਆ ਔਰ ਵੋਲਿਊਮ ਵਾਲਾ, ਉਹਦੇ 'ਚ ਉਹਨਾਂ ਨੂੰ ਡਾਊਟ ਹੈ ਕਿ ਪ੍ਰਿੰਟ ਕਮਾਂਡ ਵਿੱਚ ਡਾਟਾ ਟਾਈਪ ਜਿਹੜਾ ਟੈਕਸਟ ਸਪੈਸੀਫਾਇਰ ਦੇ ਅੱਗੇ 2 ਵੈਲਿਊ ਜਿਹੜੀ ਯੂਜ਼ ਕੀਤੀ ਹੈ ਉਹ ਕਾਹਦੇ ਲਈ ਯੂਜ਼ ਕੀਤੀ ਹੈ? ਡੈਸੀਮਲ ਹਾਂਜੀ 0.2 ਜਿਹੜੀ ਹਾਂ, ਉਹਦਾ ਮਤਲਬ ਤੁਹਾਨੂੰ ਡੈਸੀਮਲ ਕਿੰਨੇ ਚਾਹੀਦੇ? 1 ਚਾਹੀਦਾ ਕਿ 2 ਚਾਹੀਦੇ? ਇਹ ਚੀਜ਼ ਮੈਂ ਰਾਉਂਡ ਵਿੱਚ ਕੱਲ ਹੀ ਕਰ ਲਈ ਸੀ, ਸ਼ਾਇਦ ਨਹੀਂ ਪਤਾ ਲੱਗਾ ਹੋਣਾ। ਹਾਂਜੀ ਥੈਂਕ ਯੂ, ਆ ਗਿਆ ਜੀ ਸਰ, ਸਮਝ ਲੱਗ ਗਈ ਉਹਨਾਂ ਨੂੰ ਲੱਗਦਾ। ਹਾਂ ਆ ਦੇਖੋ ਤੁਹਾਡੇ ਸਾਹਮਣੇ ਰਾਉਂਡ ਵਿੱਚ ਮੈਂ 1 ਲਿਆ ਤਾਂ ਉਹ 1 ਆ ਗਿਆ, ਜੇ ਮੈਂ 2 ਲਵਾਂਗਾ ਤਾਂ 2 ਆ ਜਾਣਗੇ। ਉਹ ਫਾਰਮੈਟ ਹੈ ਡਾਟੇ ਨੂੰ ਪ੍ਰਿੰਟ ਕਰਨ ਦਾ ਤੁਹਾਡਾ, ਉਹਦੇ ਨਾਲ % ਵੀ ਲਿਖਿਆ ਹੈ, ਉਸ ਫਾਰਮੈਟ ਵਿੱਚ ਉਹਨੇ ਡੈਸੀਮਲ ਪਲੇਸਿਸ ਦੇ ਨਾਲ ਤੁਹਾਨੂੰ ਵੈਲਿਊ ਮਿਲ ਜੂ। ਸਰ ਲੇਟੈਸਟ ਵਰਜ਼ਨ ਪੁੱਛ ਰਿਹਾ ਪਾਈਥਨ ਦਾ, ਲੇਟੈਸਟ ਵਰਜ਼ਨ ਕਿਹੜਾ ਹੈ? ਇਸ ਵੇਲੇ 3.8 ਚੱਲ ਰਿਹਾ, ਪਰ ਉਹਦੇ ਨਾਲ ਇਹ ਵੀ ਲਿਖਿਆ ਹੋਇਆ ਹੁੰਦਾ ਕਿ ਸਾਡਾ ਸਟੇਬਲ ਵਰਜ਼ਨ ਕਿਹੜਾ ਹੈ, ਤਾਂ ਤੁਸੀਂ ਸਟੇਬਲ ਵਰਜ਼ਨ ਇੰਸਟਾਲ ਕਰੋ ਬਜਾਏ ਇਸ ਦੇ ਕਿ ਲੇਟੈਸਟ ਕਰੋ। ਇੱਥੇ ਆਲ ਰਿਲੀਜ਼ਸ ਲਿਖਿਆ ਹੋਇਆ, ਇਹਨੇ ਲਿਖਿਆ ਪਾਈਥਨ 3.8.3 ਹੈ, ਤੇ ਜਿਹੜਾ 3.5 ਪਲੱਸ ਹੈ ਇਹ ਵਿੰਡੋ XP ਤੇ ਨਹੀਂ ਚੱਲਣਾ ਜਾਂ ਉਦੋਂ ਪਿਛਲਿਆਂ ਤੇ ਨਹੀਂ ਚੱਲਣਾ। ਹੁਣ ਤੁਸੀਂ ਆਲ ਰਿਲੀਜ਼ਸ 'ਚ ਚਲੇ ਜਾਓ ਤੇ ਜਾਂ ਵਿੰਡੋ 'ਚ ਚਲੇ ਜਾਓ ਕਿ ਮੈਨੂੰ ਵਿੰਡੋ ਵਾਲੇ ਚਾਹੀਦੇ ਆ, ਤਾਂ ਤੁਸੀਂ ਉਹਦੇ 'ਚ ਦੇਖੋਗੇ ਤੁਹਾਨੂੰ ਸੁਜੈਸ਼ਨਾਂ ਮਿਲਣਗੀਆਂ ਕਿ ਆਹ ਪਏ ਤੁਹਾਡੇ ਕੋਲੇ ਵਰਸ਼ਨ, ਜਿਹੜਾ ਮਰਜ਼ੀ ਇਹਨਾਂ 'ਚੋਂ ਡਾਊਨਲੋਡ ਕਰੋ। ਮੈਂ ਇੰਸਟਾਲ ਤਾਂ 3.7 ਕੀਤਾ ਹੋਇਆ, ਇੱਥੋਂ ਤੁਸੀਂ ਡਾਊਨਲੋਡ ਕਰ ਲਓਗੇ, ਉਸ ਤੋਂ ਬਾਅਦ ਤੁਸੀਂ ਰਨ ਕਰ ਲਓ। ਇਹ ਓਪਨ ਸੋਰਸ ਹੈ, ਇਸੇ ਜਗ੍ਹਾ ਤੋਂ ਲਓਗੇ ਤਾਂ ਵਧੀਆ ਹੈ। ਪਾਈਥਨ ਵਾਲਿਆਂ ਦੀ ਆਪਣੀ ਵੈਬਸਾਈਟ। ਸਰ ਇੱਕ ਕੁਐਸਚਨ ਹੈ ਜੀ ਕਿ ਜਿਹੜੀ ਪਾਈਥਨ ਆ ਵੈਬ ਬੇਸਡ ਲੈਂਗੁਏਜ ਹੈ ਲਾਈਕ ਜਾਵਾ ਕਿ ਸਟੈਂਡ ਅਲੋਨ ਹੈ? ਨਹੀਂ ਹੈ ਤਾਂ ਸਟੈਂਡ ਅਲੋਨ, ਬਣਾਈ ਸੀ ਦੇ ਵਿੱਚ ਹੀ ਹੈ। ਬਣਾਈ ਸੀ ਦੇ ਵਿੱਚ ਹੀ ਹੈ, ਪਲੇਟਫਾਰਮ ਇੰਡੀਪੈਂਡੈਂਟ ਹੈ, ਇਹ ਨਹੀਂ ਹੈਗਾ ਸੀ ਦਾ ਬਣਿਆ ਹੋਇਆ ਪ੍ਰੋਗਰਾਮ। ਜੇ ਵਿੰਡੋ ਬੇਸਡ ਆਪਰੇਟਿੰਗ ਸਿਸਟਮ ਦੇ ਵਿੱਚ ਸੀ ਦਾ ਪ੍ਰੋਗਰਾਮ ਬਣਾਓਗੇ, ਉਹਨੂੰ ਤੁਸੀਂ ਲਾਈਨਕਸ ਤੇ ਰਨ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਨਹੀਂ ਚੱਲਣਾ। ਜੇ ਤੁਸੀਂ ਪਾਈਥਨ ਵਾਲਾ ਪ੍ਰੋਗਰਾਮ ਬਣਾਓਗੇ, ਇਹਨੂੰ ਤੁਸੀਂ ਲਾਈਨਕਸ ਵਾਲੇ ਤੇ ਚਲਾ ਲਓ, ਭਾਵੇਂ ਮੈਕਿਨਟੋਸ਼ ਵਾਲੇ ਤੇ ਚਲਾ ਲਓ ਤੇ ਭਾਵੇਂ ਵਿੰਡੋ ਵਾਲੇ ਤੇ ਚਲਾ ਲਓ, ਉਹਨੇ ਚੱਲ ਜਾਣਾ। ਸਰ ਇੱਕ ਡਿਮਾਂਡ ਆ ਰਹੀ ਹੈ ਕਿ ਕੱਲ ਜੇ ਤੁਸੀਂ ਵੈਬ ਪ੍ਰੋਗਰਾਮਿੰਗ ਲੈਂਗੁਏਜ ਦੀਆਂ ਕੋਈ ਐਗਜ਼ਾਮਪਲਸ ਕਰਵਾ ਸਕਦੇ ਹੋ ਤਾਂ ਮਤਲਬ ਕੱਲ ਵਾਲੇ ਸੈਸ਼ਨ ਦੇ ਵਿੱਚ ਕੋਈ ਕਰਵਾ ਦਿਓ। ਮੈਂ ਕੋਸ਼ਿਸ਼ ਕਰੂੰਗਾ। ਠੀਕ ਹੈ ਜੀ, ਥੈਂਕ ਯੂ ਸਰ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਹਾਂਜੀ, anyone any more questions? ਇੱਕ ਮੇਰੇ ਸਾਰੇ ਪਾਰਟਿਸਿਪੈਂਟ ਨੂੰ ਰਿਕੁਐਸਟ ਹੈ ਕਿ ਜਿੰਨਾ ਵੀ ਪਾਰਟਿਸਿਪੈਂਟਸ ਦੇ ਨਾਮ ਨਹੀਂ ਆ ਰਹੇ, ਜਿੱਦਾਂ ਕਿ ਫੋਨ ਦੇ ਨਾਮ ਆ ਰਹੇ ਆ ਰੈਡਮੀ ਜਾਂ ਓਪੋ ਜਾਂ ਆਈਫੋਨ, ਉਹ ਪਲੀਜ਼ ਆਪਣਾ ਰੀਨੇਮ ਕਰ ਲੈਣ, ਕਿਉਂਕਿ ਸਾਨੂੰ ਬਾਅਦ ਵਿੱਚ ਸਰਟੀਫਿਕੇਟ ਦੇਣ ਵੇਲੇ ਪ੍ਰੋਬਲਮ ਆਊਗੀ, ਸਾਨੂੰ ਪਤਾ ਨਹੀਂ ਲੱਗ ਰਿਹਾ, ਤੁਹਾਡੀ ਅਟੈਂਡੈਂਸ ਨਹੀਂ ਸਾਡੇ ਕੋਲ ਕਾਊਂਟ ਹੋ ਰਹੀ, ਤਾਂ ਪਲੀਜ਼ ਆਪਣੇ ਰੀਨੇਮ ਕਰ ਲਓ। ਮੈਂ ਮੈਸੇਜ ਵਿੱਚ ਵੀ ਇਹ ਚੈਟ ਦੇ ਵਿੱਚ ਵੀ ਲਿਖਿਆ, ਬਟ ਕਿਸੇ ਨੇ ਵੀ ਆਪਣਾ ਰੀਨੇਮ ਨਹੀਂ ਕੀਤਾ। ਜਿਨ੍ਹਾਂ ਦੇ ਨਾਮ ਨਹੀਂ ਆ ਰਹੇ ਹੋ ਪਲੀਜ਼ ਆਪਣਾ ਰੀਨੇਮ ਕਰ ਲਓ। ਸਰ ਕਰ ਦਿਓ ਕਾਈਂਡ ਆਫ। ਓਕੇ ਜੀ, ਥੈਂਕ ਯੂ ਸਰ। ਥੈਂਕ ਯੂ ਮੈਡਮ। ਸੈਸ਼ਨ ਤਾਂ ਕੱਲ ਨਾਲੋਂ ਵੀ ਬਹੁਤ ਜਿਹੜਾ ਹੈਗਾ ਇੰਟਰਸਟਿੰਗ ਰਿਹਾ। ਥੈਂਕ ਯੂ ਵੈਰੀ ਮਚ। ਉਮੀਦ ਹੈ ਕਿ ਸਾਰੇ ਸਟੂਡੈਂਟਸ ਨੂੰ ਬੜਾ ਵਧੀਆ ਲੱਗਿਆ ਹੋਵੇਗਾ। ਥੈਂਕ ਯੂ ਮੈਡਮ। ਥੈਂਕ ਯੂ ਸਰ।